ਹੈਗਾ ਇਹ ਅੰਗ 875 ਤੇ ਹੈ। ਮੁਕੁੰਦ ਮੁਕੁੰਦ ਜਪੋ ਸੰਸਾਰ ਇੱਥੋਂ ਸ਼ੁਰੂ ਹੁੰਦਾ ਹੈ। 875 ਅੰਗ 875 ਅਵਤਾਰ ਕੌਰ ਜੀ ਹੁਣ ਆ ਰਹੇ ਆ। ਅੰਗ 875 ਰਾਗ ਗੋਂਡ ਬਾਣੀ ਰਵਿਦਾਸ ਜਿਉ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਾਂਜੀ ਮੇਜਰ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂ ਮਾਫ ਕਰਨਾ ਜੀ, ਕੱਲ ਜਿਹੜਾ ਇੱਕ ਸ਼ਬਦ ਰਹਿ ਗਿਆ ਸੀਗਾ ਉਹ ਆਪਾਂ ਭੁਲੇਖੇ ਦੇ ਨਾਲ ਉਹਨੂੰ ਛੱਡ ਕੇ ਅੱਗੇ ਰਵਿਦਾਸ ਜੀ ਦਾ ਦੂਸਰਾ ਸ਼ਬਦ ਲੈ ਲਿਆ ਸੀਗਾ ਤੇ ਉਹ ਸ਼ਬਦ ਅੱਜ ਲੈ ਰਹੇ ਹਾਂ ਆਪਾਂ। 875 875 ਅੰਗ ਦੇ ਉੱਤੇ ਹੈਗੇ ਆਪਾਂ। ਮੁਕੁੰਦ ਮੁਕੁੰਦ ਜਪੋ ਸੰਸਾਰ ਇੱਥੋਂ ਸ਼ੁਰੂ ਹੁੰਦਾ ਹੈ। ਰਾਗ ਗੋਂਡ ਬਾਣੀ ਰਵਿਦਾਸ ਜਿਉ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੁਕੁੰਦ ਮੁਕੁੰਦ ਜਪੋ ਸੰਸਾਰ ਬਿਨ ਮੁਕੁੰਦ ਤਨ ਹੋਇਓ ਛਾਰ। ਇਹਦੇ ਵਿੱਚ ਰਵਿਦਾਸ ਜੀ ਆਪਾਂ ਨੂੰ ਕਹਿ ਰਹੇ ਆ ਕਿ ਭਾਈ ਇਹ ਸੰਸਾਰ ਦੇ ਲੋਕੋ, ਜੇ ਮੁਕਤੀ ਚਾਹੁੰਦੇ ਹੋ ਤੇ ਫਿਰ ਜਿਹਦੇ ਕੋਲ ਮੁਕਤੀ ਹੈਗੀ ਉਹਦੇ ਕੋਲ ਅਪਰੋਚ ਕਰੋ। ਜੇ ਮੁਕਤੀ ਚਾਹੁੰਦੇ ਹੋ ਤੇ ਮੁਕਤੀ ਜਿਹਦੇ ਕੋਲ ਹੈਗੀ ਆ, ਜਿਹਨੇ ਮੁਕਤ ਕਰਨਾ ਹੈ, ਜਿਹਨੇ ਆਪਾਂ ਨੂੰ ਬੰਨਿਆ ਹੈਗਾ, ਉਹਦੇ ਕੋਲ ਜਾਓ ਭਾਈ। ਉਸ ਰਾਜੇ ਕੋਲ ਜਾਓ ਜਿਹਦੇ ਹੁਕਮ ਦੇ ਨਾਲ ਆਪਾਂ ਬੰਨੇ ਹੋਏ ਆ। ਮੁਕੁੰਦ ਮੁਕੁੰਦ ਜਪੋ ਸੰਸਾਰ। ਮੁਕੁੰਦ ਕਹਿੰਦੇ ਆ ਮੁਕਤੀ ਦਾ ਦਾਤਾ। ਉਸ ਮਾਲਕ ਪਰਮਾਤਮਾ ਦੇ ਅੱਗੇ ਫਰਿਆਦ ਕਰੋ, ਇਹ ਸੰਸਾਰ ਦੇ ਲੋਕੋ ਬਿਨ ਮੁਕੁੰਦ ਤਨ ਹੋਏ ਉਹ ਛਾਰ। ਜੇ ਨਹੀਂ ਤੁਸੀਂ ਉਹਦੇ ਕੋਲ ਅਪਰੋਚ ਕਰੋਗੇ ਤੇ ਫਿਰ ਬੰਨੇ ਰਹੋਗੇ ਤੁਸੀਂ। ਫਿਰ ਇਹ ਸਰੀਰ, ਇਹ ਚਾਂਸ, ਇਹ ਬਾਰੀ ਜਿਹੜੀ ਹੈਗੀ ਆ ਭਾਈ ਪਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ, ਇਹ ਵਿਅਰਥ ਹੋ ਜਾਏਗੀ। ਬਿਨ ਮੁਕੰਦ ਤਨ ਹੋਏ ਉਹ ਛਾਰ, ਛਾਰ ਹੋ ਜਾएगा भाई, ये स्वा मिट्टी हो जाएगा। सोई मुकंद मुखत का दाता, वो यहाँ मुक्ति का दाता भाई, उससे कोल अप्रोच करनी पऊगी। और कोई मुक्ति नहीं दे सकता भाई। ये भवानी भवूनी ਜਿਹੜੀ ਹੈਗੀ ਦੇਵੀ ਦੇਵਤੀਆਂ ਮੁਕਤ ਦੇ ਵੇਲੇ ਛੁਪ ਜਾਂਦੀਆਂ ਸੀ। ਇਹ ਨਾਮਦੇਵ ਜੀ ਪੁੱਛਦੇ ਕਹਿੰਦੇ ਮੁਕਤ ਕੀ ਬਰੀਆ ਕਹਾਂ ਛੁਪਾਨੀ, ਕਿੱਥੇ ਛੁਪ ਗਈ ਸੀ ਮੁਕਤ ਦੇ ਟਾਈਮ ਤੇ। ਉਹ ਕਹਿੰਦੀ ਮੁਕਤੀ ਤਾਂ ਮੇਰੇ ਕੋਲ ਹੈ ਹੀ ਨਹੀਂ ਭਾਈ, ਮੁਕਤੀ ਵਾਸਤੇ ਤੇਰੇ ਕੋਲ ਤੈਨੂੰ ਹੋਰ ਉੱਪਰ ਜਾਣਾ ਪਊਗਾ। ਸੋਈ ਮੁਕਤ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਉਹੀ ਮੁਕੁੰਦ ਜਿਹੜਾ ਹੈਗਾ ਸਾਡਾ ਪਿਓ ਤੇ ਮਾਂ ਪਿਓ ਹੈਗਾ, ਸਾਨੂੰ ਜਨਮ ਦੇਣ ਵਾਲਾ ਉਹ ਮਾਲਕ ਪਰਮਾਤਮਾ ਹੈਗਾ ਭਾਈ। ਇਸ ਕਰਕੇ ਜਿੰਨੇ ਕੁ ਸਵਾਸ ਬਾਕੀ ਆਪਾਂ ਸਹੀ ਰਸਤੇ ਤੇ ਲਾ ਦਈਏ। जीवत मुकंदे मर्त मुकंदे ताके सेवक को सदा आनंदे। बाणी सर्टिफाई कर रही है। रहाओ ਜਿਹੜਾ ਇਨਸਾਨ ਜਨਮ ਤੋਂ ਲੈ ਕੇ ਅਖੀਰ ਤੱਕ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੂੰ ਹੀ ਉਹਦਾ ਹੀ ਧਿਆਨ ਸਿਮਰਨ ਕਰਦਾ ਆ, ਉਸ ਸੇਵਕ ਨੂੰ, ਉਸ ਮਾਲਕ ਦੇ ਸੇਵਕ ਨੂੰ ਹਮੇਸ਼ਾ ਹੀ ਆਨੰਦ ਹੀ ਆਨੰਦ ਰਹਿੰਦਾ ਹੈ, ਦੁੱਖ ਨਹੀਂ ਵਿਆਪਦਾ। ਰਹਾਓ ਮੁਕੁੰਦ ਮੁਕੁੰਦ ਜਪੋ ਸੰਸਾਰ। ਇਹ ਸੰਸਾਰ ਦੇ ਲੋਕੋ ਮੁਕੁੰਦ ਮੁਕੁੰਦ ਜਪੋ, ਬਿਨ ਮੁਕੁੰਦ ਤਨ ਹੋਇਓ ਛਾਰ। ਇਹ ਸਰੀਰ ਛਾਰ ਹੋ ਜਾਣਾ ਹੈ ਨਹੀਂ ਜਪਾਂਗੇ ਤੇ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ, ਕੱਲ ਵਿਚਾਰ ਕੀਤੀ ਸੀ। ਅਸੀਂ ਚਾਹੁੰਦੇ ਹਾਂ ਕਿ ਆਪਣੇ ਬੱਚਿਆਂ ਦਾ ਕਿਰਦਾਰ ਉੱਚਾ ਹੋ ਜਾਏ ਤੇ ਆਪ ਉਸ ਕਿਰਦਾਰ ਨੂੰ ਨਾ ਕਰੀਏ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਉਹ ਸਹੀ ਹੋਣ। ਤੇ ਫਿਰ ਕਾਫੀ ਔਖਾ ਕੰਮ ਜੀ। ਇਹ ਵਿਚਾਰ ਕੀਤੀ ਸੀ। ਇਹਦਾ ਮਤਲਬ ਕਿ ਜੋ ਅਸੀਂ ਚਾਹੁੰਦੇ ਹਾਂ ਸਾਡੀ ਔਲਾਦ ਨਾ ਬਣੇ, ਸਾਨੂੰ ਉਹ ਚੀਜ਼ ਨਹੀਂ ਕਰਨੀ ਚਾਹੀਦੀ। ਠੀਕ ਹੈ। ਹੁਣ ਅੱਜ ਬਾਣੀ ਦੇ ਵਿੱਚ ਆਪਾਂ ਨੂੰ ਸਮਝਾ ਰਹੇ ਨੇ ਕਿ ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਔਹਾਰ। ਹੋਇਓ ਛਾਰ।
ਤਨ ਹੋਏ ਬਿਨ ਮੁਕੰਦ ਤਨ ਹੋਏ ਹੋਇਓ ਛਾਰ ਕਹਿ ਸਕਦੇ, ਜਾਂ ਹੋਏ ਔਹਾਰ। ਔਹਾਰ ਮਤਲਬ ਜਿਹੜਾ ਹੈਗਾ ਇਹਨੂੰ ਕਹਿੰਦੇ ਵੀ ਵੇਸਟ ਹੋ ਜਾਏਗਾ, ਇਹ ਵੀ ਠੀਕ ਹੈ ਜੀ। ਨਾਸ ਨਾਸ ਬਿਨਾਂ ਮਤਲਬ। ਹਾਂ ਬਿਲਕੁਲ, ਦੋਨੋਂ ਸਹੀ ਹੈ ਜੀ। ਠੀਕ ਹੈ। ਹਾਂਜੀ ਇਹ ਜ਼ਿਆਦਾ ਸਹੀ ਹੈ ਸਗੋਂ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਪਰਮਾਤਮਾ ਨੂੰ ਜੇਕਰ ਛੱਡ ਕੇ ਤੂੰ ਇੱਧਰ ਉੱਧਰ ਘੁੰਮ ਰਿਹਾ ਨਾ, ਤੇ ਤੇਰਾ ਜੀਵਨ ਜਿਹੜਾ ਉਹ ਵਿਅਰਥ ਹੋ ਜਾਣਾ। ਔਹਾਰ ਦਾ ਮਤਲਬ ਹੁੰਦਾ ਹੈ ਗੋਰਖੀ ਸਾਹਿਬ, ਔਹਾਰ ਜਿਹੜਾ ਨਾ ਕਹਿੰਦੇ ਕਿ ਬਗੈਰ ਜਿਹੜਾ ਹੈਗਾ ਆਪਾਂ ਜਿਹੜੀ ਹੈਗੀ ਆ ਰੁੱਤ ਹੈ ਨਹੀਂ ਗੀ, ਤੇ ਆਪਾਂ ਉਹਦੇ ਵਿੱਚ ਜਿਹੜੀ ਫਸਲ ਬੀਜਾਂਗੇ ਤੇ ਉਹਨੇ ਤਾਂ ਉੱਗਣਾ ਹੀ ਨਹੀਂ ਹੈਗਾ। ਔਹਾਰ ਮਤਲਬ ਸੀਜ਼ਨ ਨਹੀਂ ਹੈਗਾ, ਮੌਸਮ ਨਹੀਂ ਹੈਗਾ। ਹਾਂ ਜੇਕਰ ਆਪਾਂ ਇਹ ਕੋਈ ਕੰਮ ਕਰਦੇ ਹਾਂ ਤੇ ਜਿੱਦਾਂ ਬੇਸੀਜ਼ਨ ਦੇ ਵਿੱਚ ਕੋਈ ਚੀਜ਼ ਬੀਜਦੀ ਹੈ, ਨਹੀਂ ਉਗਦੀ, ਉਸੇ ਹੀ ਤਰ੍ਹਾਂ ਸਮਝ ਲਓ ਜਿੱਦਾਂ ਹੁਣ ਕਣਕ ਦਾ ਟਾਈਮ ਹੈ, ਆਪਾਂ ਝੋਨਾ ਬੀਜਦੀਏ, ਨਹੀਂ ਉਗਦਾ। ਨਹੀਂ ਉਗਦਾ, ਬਸ ਉਹੀ ਚੀਜ਼ ਹੈਗੀ। ਹੁਣ ਝੋਨੇ ਦੇ ਟਾਈਮ ਤੁਸੀਂ ਕਣਕ ਬੀਜ ਕੇ ਵੇਖ ਲਓ, ਨਹੀਂ ਉਗੇਗੀ। ਇਹ ਥੋੜੀ ਕਿ ਧਰਤੀ 'ਚ ਕਮੀ ਆ, ਜਾਂ ਪਾਣੀ 'ਚ ਕਮੀ ਆ, ਜਾਂ ਬੀਜ 'ਚ ਕੋਈ ਕਮੀ ਆ। ਕਮੀ ਕਿਸੇ 'ਚ ਨਹੀਂ ਹੈਗੀ, ਉਹ ਇੱਕ ਮੌਸਮ ਹੈ। ਬਿਲਕੁਲ, ਮੌਸਮ ਦੇ ਸਿਰ ਤੇ ਕਹਾਣੀ ਬਣਦੀ ਹੈ। ਬਿਲਕੁਲ, ਔਰ ਬੀਜ ਵੀ ਸਹੀ ਹੋਣਾ ਚਾਹੀਦਾ ਹੈ। ਬੀਜ ਵੀ ਸਹੀ ਹੋਣਾ, ਪਰ ਨਿੱਜੋ ਸਾਹਿਬ ਜੇ ਬੀਜ ਨਹੀਂ ਸਹੀ ਤੇ ਭਾਵੇਂ ਰੁੱਤ, ਜੇ ਬੀਜ ਵੀ ਸਹੀ, ਜ਼ਮੀਨ ਵੀ ਸਹੀ, ਪਰ ਰੁੱਤ ਨਹੀਂ ਸਹੀ ਤੇ ਫਿਰ ਵੀ ਨਹੀਂ ਉਗਣਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ ਉਸੇ ਤਰ੍ਹਾਂ ਉਹ ਕਹਿੰਦੇ ਆ ਕਿ ਜੇ ਤੂੰ ਮਤਲਬ ਪਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਭੱਜਾ ਫਿਰੇਗਾ ਤੇ ਉਹ ਉਧਰ ਵੀ ਉਹ ਬੇਮੌਸਮੀ ਜਿੱਦਾਂ ਫਸਲ ਬੀਜੀ ਦੀ ਉਹ ਹਿਸਾਬ ਹੋਣਾ ਤੇਰੀ, ਫਾਲਤੂ ਚੱਲ ਜਾਣੀ। ਆਪ ਚੀਜ਼ ਨੂੰ ਸਮਝੋ ਪਲੀਜ਼। ਉਹ ਕਹਿੰਦੇ ਆ ਕਿ ਜਿੱਦਾਂ ਜ਼ਮੀਨ ਆ, ਜ਼ਮੀਨ ਭਾਵੇਂ ਠੀਕ ਆ, ਪਾਣੀ ਵੀ ਲਾਇਆ, ਬੀਜ ਵੀ ਠੀਕ ਹੈ, ਸਭ ਕੁਝ ਠੀਕ ਹੈ, ਪਰ ਮੌਸਮ ਨਹੀਂ ਹੈਗਾ। ਮੌਸਮ ਨਹੀਂ ਹੈਗਾ ਇੱਥੇ ਮਤਲਬ ਇਹ ਆ ਕਿ ਜਿਹਦੀ ਭਗਤੀ ਤੈਨੂੰ ਕਰਨੀ ਚਾਹੀਦੀ ਹੈ ਉਹ ਮੌਸਮ ਪਰਮਾਤਮਾ ਹੈ। ਤੂੰ ਉਹਨੂੰ ਛੱਡ ਕੇ ਤੇ ਸਮਝ ਲਾ ਕਿ ਜਿੱਦਾਂ ਬੇਮੌਸਮੇ ਤੇ ਕਣਕ ਬੀਜ ਰਿਹਾ ਜਾਂ ਸਬਜ਼ੀ ਬੀਜ ਰਿਹਾ, ਉਸੇ ਤਰ੍ਹਾਂ ਤੇਰਾ ਜਿਹੜਾ ਜੀਵਨ ਆ, ਤੇਰੇ ਜੀਵਨ 'ਚ ਪਤਾ ਕੀ ਆ, ਤੇਰਾ ਜੀਵਨ ਸੰਗੀਤਮਈ ਨਹੀਂ ਬਣੇਗਾ। ਆਪ ਚੀਜ਼ ਨੂੰ ਸਮਝੋ। ਜਿਹੜੀ ਸਾਡੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਉਹ ਆਪਣੇ ਜੀਵਨ ਨੂੰ ਪਰਮਾਨੰਦ ਵਿੱਚ ਲੈ ਜਾਣਾ। ਬਿਲਕੁਲ। ਆਪ ਭਗਤੀ ਕਰਦੇ ਜੋ, ਪਰਮਾਤਮਾ ਦੀ ਪੂਜਾ ਕਰਦੇ ਜੋ ਮਰਜ਼ੀ ਕਰਦੇ ਜੋ, ਆਪ ਦਾਨ ਪੁੰਨ ਕਰਦੇ ਜੋ, ਸੇਵਾ ਕਰਦੇ ਜੋ, ਲੰਗਰ ਲਗਾਉਂਦੇ ਜੋ, ਕੁਛ ਵੀ ਕਰਦੇ ਜੋ, ਉਹਦੇ ਵਿੱਚ ਪ੍ਰਾਪਤੀ ਹੈ। ਤੁਹਾਡਾ ਜੀਵਨ ਆਨੰਦਮਈ ਹੋ ਜਾਣਾ, ਆਨੰਦ ਦਾ ਸਰੂਪ ਹੋ ਜਾਣਾ। ਜੇਕਰ ਉਹ ਚੀਜ਼ ਪ੍ਰਾਪਤ ਨਹੀਂ ਹੋ ਰਹੀ, ਇਹਦਾ ਮਤਲਬ ਕਿ ਕੁਛ ਤੇ ਗੜਬੜ ਹੈ। ਬਿਲਕੁਲ, ਆਪਾਂ ਗਲਤ ਚੀਜ਼ ਗਲਤ ਸਮਝ ਕੇ ਬੈਠੇ ਹੋਏ ਆ। ਜਿਹੜਾ ਹੈਗਾ ਉਹ ਆਪਾਂ ਗਲਤ ਰਸਤੇ ਦੇ ਉੱਤੇ ਹੈਗੇ ਆ ਕਿ ਇਹ ਰਸਤਾ ਜਿਹੜਾ ਹੈਗਾ ਸਾਨੂੰ ਉਹ ਆਨੰਦ ਦੀ ਪ੍ਰਾਪਤੀ ਕਰਾਊਗਾ, ਪਰ ਉਹ ਰਸਤਾ ਜਿਹੜਾ ਹੈਗਾ ਨਹੀਂ ਕਰਾ ਸਕਦਾ ਭਾਈ। ਹਾਂ ਹੁਣ ਅਗਲੇ ਬੰਨੇ ਹੁਣ ਉਹ ਬਾਣੀ ਕਹਿੰਦੀ ਆ ਕਿ ਇਹ ਨਹੀਂ ਕਿ ਤੇਰੀ ਜ਼ਮੀਨ 'ਚ ਕੋਈ ਪ੍ਰੋਬਲਮ ਹੈ ਜਾਂ ਤੇਰੇ ਬੀਜ 'ਚ ਕੋਈ ਪ੍ਰੋਬਲਮ ਹੈ ਜਾਂ ਤੂੰ ਪਾਣੀ ਨਹੀਂ ਲਾਉਂਦਿਆ, ਪਰ ਭੋਲਿਆ ਮੌਸਮ ਹੀ ਬਰਾਬਰ ਨਹੀਂ ਹੈਗਾ। ਗਲਤ ਮੌਸਮ 'ਚ ਟਰਾਈ ਕਰ ਰਿਹਾ। ਗਲਤ ਮੌਸਮ ਦਾ ਮਤਲਬ ਇਹ ਆ ਕਿ ਜਿੱਥੇ ਤੈਨੂੰ ਟਰਾਈ ਕਰਨੀ ਚਾਹੀਦੀ ਉੱਥੇ ਛੱਡ ਕੇ ਕਿਤੇ ਹੋਰ ਜਗ੍ਹਾ ਚੱਲ ਗਿਆ। ਬਿਲਕੁਲ। ਹੁਣ ਜਿਹੜੀ ਮੁਕਤੀ ਆ, ਮੁਕਤੀ ਪਰਮਾਤਮਾ ਦੇ ਕੋਲ ਆ, ਹੋਰ ਕਿਸੇ ਕੋਲ ਨਹੀਂ ਹੈਗੀ। ਹਾਂ ਬੰਨਿਆ ਹੀ ਮਾਲਕ ਨੇ ਹੈ, ਆਪਾਂ ਨੂੰ ਕੋਈ ਵੀ ਬੰਨਿਆ ਹੀ ਮਾਲਕ ਨੇ। ਖੇਡ ਸਾਰੀ ਪਰਮਾਤਮਾ ਦੀ, ਹੋਰ ਤੇ ਕੁਝ ਹੈ ਵੀ ਨਹੀਂ। ਬਿਲਕੁਲ। ਪਰਮਾਤਮਾ ਤੋਂ ਇਲਾਵਾ ਤਾਂ ਕੁਝ ਵੀ ਨਹੀਂ ਹੈਗਾ। ਇੱਥੇ ਵੇਖੋ ਹੁਣ ਜੀਵਨ ਨੂੰ ਦੋ ਤਰੀਕੇ ਨਾਲ ਆਪਾਂ ਬਤੀਤ ਕਰ ਸਕਦੇ ਹਾਂ। ਇੱਕ ਤੇ ਗਧਾ ਵੇਖਿਆ ਗੱਡੀ ਨੂੰ ਖਿੱਚਦਾ, ਉਹਦੇ ਵਾਂਗੂ ਖਿੱਚਦੇ ਲੋਕ ਕਈ। ਉਹ ਜੀਵਨ ਬੋਝ ਹੈ ਉਹਨਾਂ ਲਈ, ਉਹ ਆਨੰਦ ਨੂੰ ਤਾਂ ਨਹੀਂ ਕੋਈ ਹੈਗਾ। ਉਹ ਤੇ ਐਵੇਂ ਇੱਕ ਕਸ਼ਟ ਜਿਹੇ ਵਾਲਾ ਜੀਵਨ ਹੈ। ਇੱਕ ਉਹ ਤਰੀਕਾ ਵਾ, ਇੱਕ ਆਨੰਦ ਵਾਲਾ ਵਾ। ਆਨੰਦ ਦਾ ਮਤਲਬ ਕੀ ਹੈ? ਤੁਹਾਨੂੰ ਕਿੱਦਾਂ ਪਤਾ ਲੱਗੂ ਕਿ ਤੁਹਾਡਾ ਜੀਵਨ ਆਨੰਦ ਸਰੂਪ ਹੈ? ਪਤਾ ਨਾ ਲੱਗੇ ਦਿਨ ਕਦੋਂ ਚੜਿਆ, ਰਾਤ ਕਦੋਂ ਹੋ ਗਈ। ਦੁੱਖ ਦੇ ਵਿੱਚ ਟਾਈਮ ਦਾ ਨਹੀਂ ਜੋ ਪਤਾ ਲੱਗਦਾ, ਤੇ ਦੁੱਖ 'ਚ ਟਾਈਮ ਲੰਘਦਾ ਨਹੀਂ। ਦਿਨ ਚੜੇ ਤੁਹਾਨੂੰ ਪਤਾ ਨਾ ਲੱਗੇ ਉਹ ਰਾਤ ਹੋ ਗਈ। ਇੰਨਾ ਮਤਲਬ ਇੱਕਦਮ ਖੇੜਾ ਜਿਹਾ ਬਣਿਆ ਰਵੇ, ਸਮਝ ਲਓ ਕਿ ਤੁਹਾਡੇ ਜੀਵਨ 'ਚ ਆਨੰਦ ਹੈ। ਤੇ ਜੇ ਸਮਾਂ ਕੱਢਣਾ ਪੈ ਰਿਹਾ, ਕੱਟਣਾ ਪੈ ਰਿਹਾ, ਬੰਦਾ ਹੱਥ ਪੱਲੇ ਮਾਰਨ ਦਿਆ, ਕੋਈ ਟੀਵੀ ਵੇਂਦਾ, ਕੋਈ ਫਿਲਮ ਵੇਂਦਾ, ਕੋਈ ਇੱਧਰ ਉੱਧਰ ਭੱਜਾ ਫਿਰਦਾ ਕਿ ਕਿਸੇ ਤਰੀਕੇ ਨਾਲ ਮੈਂ ਆਪਣਾ ਸਮਾਂ ਕੱਢਾ, ਤੇ ਸਮਝ ਲਓ ਹਜੇ ਤੁਹਾਨੂੰ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਪਰਮ ਆਨੰਦ ਜਿਹੜਾ ਹੈਗਾ ਉਹ ਕਿਸੇ ਚੀਜ਼ ਤੇ ਡਿਪੈਂਡ ਨਹੀਂ ਆ। ਉਹਦਾ ਕਾਰਨ ਕੋਈ ਬਾਹਰ ਨਹੀਂ ਆ, ਕਾਰਨ ਤੁਹਾਡੇ ਅੰਦਰ ਹੈ ਉਹਦਾ।
ਆਤਮਾ ਜਿਹੜੀ ਉਹ ਪਰਮਾਨੰਦ ਆ। ਉਸ ਸਰੂਪ ਨੂੰ ਜਿਹੜਾ ਆਪਾਂ ਜਾਣਦੇ ਹਾਂ ਉਹਦੀ ਕੋਈ ਕੀਮਤ ਨਹੀਂ ਆ ਤੇ ਨਾ ਹੀ ਕੋਈ ਪਦਾਰਥ ਆ। ਉਹ ਇੱਕ ਆਨੰਦਮਈ ਸਰੂਪ ਹੈ ਸਾਡਾ। ਜਦੋਂ ਅਸੀਂ ਆਪਣੀ ਆਤਮਾ ਨੂੰ ਦੇਖ ਲੈਂਦੇ ਹਾਂ, ਉਹਨੂੰ ਜਾਣ ਲੈਂਦੇ ਹਾਂ, ਤੇ ਸਾਨੂੰ ਜਿਹੜੀ ਇਹ ਸੰਸਾਰ ਦੀ ਆਤਮਾ ਉਹਦਾ ਵੀ ਗਿਆਨ ਹੋ ਜਾਂਦਾ। ਤਾਂ ਉਹ ਕਿਸੇ ਤੇ ਡਿਪੈਂਡ ਨਹੀਂ ਹੈਗਾ, ਇੰਡੀਪੈਂਡੈਂਟ ਹੈਗਾ, ਆਪਣੇ ਆਪ 'ਚ ਹੈਗਾ। ਤੇ ਜਦੋਂ ਅਸੀਂ ਸਵੈ ਵਿੱਚ ਅਸਤ ਹੋ ਜਾਂਦੇ ਹਾਂ, ਕਹਿਣ ਤੋਂ ਭਾਵ ਕਿ ਆਪਣੇ ਅੰਦਰ ਹੀ ਆਪਣੀ ਸ਼ਕਤੀ ਨੂੰ ਰੋਕ ਦਿੰਦੇ ਹਾਂ ਤੇ ਸਾਨੂੰ ਉਸ ਤੱਤ ਦਾ ਗਿਆਨ ਹੋ ਜਾਂਦਾ। ਹਾਂਜੀ ਨਿੱਜਰ ਸਾਹਿਬ, ਅਗਲੀ ਤੁਕ ਬੋਲੋ। ਹਾਂਜੀ, ਮਹਾਰਾਜ ਕਹਿੰਦੇ ਆ ਕਿ ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਕਹਿੰਦੇ ਉਹੀ ਮੁਕੰਦ ਹੈਗਾ ਭਾਈ, ਉਹੀ ਮਾਲਕ ਪਰਮਾਤਮਾ ਮੁਕਤੀ ਦੇਣ ਵਾਲਾ, ਮੁਕਤੀ ਦਾ ਦਾਤਾ ਹੈਗਾ, ਤੇ ਉਹੀ ਸਾਨੂੰ ਪੈਦਾ ਕਰਨ ਵਾਲਾ ਆ ਔਰ ਸਾਨੂੰ ਸੰਭਾਲਣ ਵਾਲਾ ਹੈਗਾ। ਸੋਈ ਮੁਕੰਦ ਹਮਰਾ ਪਿਤ ਮਾਤਾ, ਹਮਾਰਾ ਮਾਂ ਪਿਓ ਸਾਡਾ ਜਿਹੜਾ ਹੈਗਾ ਰਕਸ਼ਕ, ਉਹ ਮਾਲਕ ਪਰਮਾਤਮਾ ਹੀ ਹੈਗਾ। ਹਾਂਜੀ ਵੀਰ ਜੀ। ਹਾਂਜੀ, ਕਹਿੰਦੇ ਕਿ ਦੁਨੀਆ ਦੇ ਵਿੱਚ ਸਭ ਤੋਂ ਜਿਹੜਾ ਮਹੱਤਵਪੂਰਨ ਰਿਸ਼ਤਾ ਹੈ ਉਹ ਤੁਹਾਡੇ ਮਾਂ-ਬਾਪ ਦਾ। ਹਾਂਜੀ, ਠੀਕ ਹੈ, ਇਸ ਤੋਂ ਉੱਪਰ ਕੋਈ ਰਿਸ਼ਤਾ ਨਹੀਂ ਜੋ ਹੈਗਾ। ਸਭ ਤੋਂ ਟੌਪ ਦਾ ਰਿਸ਼ਤਾ ਜਿਨ੍ਹਾਂ ਨੇ ਤੁਹਾਨੂੰ ਇਸ ਸੰਸਾਰ 'ਚ ਲਿਆਂਦਾ ਔਰ ਇੱਕ ਦੁਨੀਆ ਨੂੰ ਵੇਖਣ ਦਾ ਮੌਕਾ ਤੁਹਾਨੂੰ ਦਿੱਤਾ। ਠੀਕ ਹੈ ਜੀ, ਹਾਂ, ਪਾਲਿਆ ਜਿਨ੍ਹਾਂ ਨੇ, ਇਹ ਬੜੀ ਵੱਡੀ ਗੱਲ ਹੈ। ਉਹ ਕਹਿੰਦੇ ਹਾਂ, ਜਿਨ੍ਹਾਂ ਨੇ ਤੁਹਾਨੂੰ ਇਹ ਚਾਂਸ ਦਿੱਤਾ, ਹਨਾ, ਚਾਹੇ ਕਿਸੇ ਰੂਪ 'ਚ ਵੀ ਹੈ, ਵਿਚਾਰੇ ਉਹਨਾਂ ਨੇ ਟਰਾਈ ਕੀਤਾ, ਤੁਹਾਨੂੰ ਪਾਲਿਆ ਪੋਸਿਆ, ਵੱਡਾ ਕੀਤਾ, ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਉਸ ਕਿਸਮ ਦਾ ਰੱਬ ਨੂੰ ਵੀ ਤੁਹਾਨੂੰ ਆਪਣੇ ਜੀਵਨ 'ਚ ਲਿਆਉਣਾ ਪਵੇਗਾ। ਕਿਉਂ ਲਿਆਉਣਾ ਪਵੇਗਾ? ਕਿਉਂਕਿ ਜਿੰਨਾ ਚਿਰ ਤੱਕ ਉਹਦੀ ਸਾਡੇ ਜੀਵਨ 'ਚ ਹੋਂਦ ਨਹੀਂ ਆ, ਉਹਨਾਂ ਚਿਰ ਗੱਲ ਨਹੀਂ ਬਣ ਸਕਦੀ। ਉਹਦੀ ਮੌਜੂਦਗੀ ਨੂੰ ਤੁਹਾਨੂੰ ਮਹਿਸੂਸ ਕਰਨਾ ਪਊ। ਨਹੀਂ ਦਿਖਦਾ, ਮੈਂ ਤੇ ਆਪ ਕਹਿੰਦਾ ਨਹੀਂ ਦਿਖਦਾ, ਨਾ ਉਹਦਾ ਰੂਪ, ਨਾ ਰੰਗ, ਨਾ ਰੇਖ ਹੈਗਾ, ਪਰ ਇਹਦੇ ਬਾਵਜੂਦ ਵੀ ਉਹਨੂੰ ਆਪਣੇ ਜੀਵਨ 'ਚ ਲੈ ਕੇ ਆਓ। ਜੀਵਨ 'ਚ ਲੈ ਕੇ ਆਓ, ਇਹ ਸੋਚੋ ਕਿ ਤੂੰ ਵਹਿੰਦਾ ਪਿਆ ਬਸ, ਬਾਕੀ ਜੋ ਮਰਜ਼ੀ ਕਰੀ। ਆਟੋਮੈਟਿਕਲੀ ਤੁਹਾਡਾ ਜੀਵਨ ਉੱਚਾ ਹੋ ਜਾਏਗਾ। ਰਾਤ ਨੂੰ ਸੌਣ ਤੋਂ ਪਹਿਲਾਂ 2 ਮਿੰਟ ਲਾਓ, ਸਾਰੇ ਦਿਨ ਦਾ ਜੋ ਵੀ ਬਾਇਓਡਾਟਾ ਇਕੱਠਾ ਕਰ ਲਓ, ਉਹ 'ਚ ਵੇਖ ਲਓ ਕਿੱਥੇ ਮੈਂ ਸਹੀ ਹਾਂ ਤੇ ਕਿੱਥੇ ਮੈਂ ਗਲਤ ਹਾਂ, ਕਿੱਥੇ ਮੈਂ ਬਦਤਮੀਜ਼ੀ ਕੀਤੀ ਜਾਂ ਕਿੱਥੇ ਮੈਂ ਚੰਗੇ ਲਫ਼ਜ਼ ਬੋਲੇ। ਫਿਰ ਅੰਦਰ ਹੀ ਆਪਣੇ ਡਾਟਾ ਤੇ ਸਟੋਰ ਕਰ ਲੈਣਾ। ਬਸ ਵੀ ਕੇਵਲ ਇੱਕ ਰਿਵਾਈਂਡ ਕਰਕੇ ਵੇਖਣਾ। ਹੁਣ ਸਧਾਰਨ ਤੌਰ ਤੇ ਬੱਚੇ ਸਕੂਲੇ ਜਾਂਦੇ ਆ, ਜਿਹੜੇ ਸਿਆਣੇ ਮਾਂ-ਬਾਪ ਹੁੰਦੇ ਆ ਉਹ ਬੱਚੇ ਨੂੰ ਸਾਰਾ ਪੁੱਛਦੇ ਆ, ਪੁੱਤ ਕੀ ਕੀਤਾ ਸੀ ਸਕੂਲੇ ਜਾ ਕੇ, ਤੁਸੀਂ ਕਿੰਨੇ ਵਜੇ ਪਹੁੰਚੇ, ਦਿਨ ਕਲਾਸ 'ਚ ਕੌਣ ਆਏ ਸੀ, ਕੀ ਟੀਚਰ ਨੇ ਪੁੱਛਿਆ। ਉਹ ਅਸਲ ਦੇ ਵਿੱਚ ਉਹ ਕੋਈ ਕਹਾਣੀ ਨਹੀਂ ਸੁਣਦੀ ਪਈ, ਉਹਦੀ ਮਾਂ ਉਹਦੀ ਸੁਣਦੀ ਪਈ ਆ ਕਿ ਇਹ ਬੱਚੇ ਦੀ ਮੈਮਰੀ ਸ਼ਾਰਪ ਹੋ ਜਾਏ, ਬੱਚੇ ਨੂੰ ਪਤਾ ਲੱਗੇ ਮੰਮੀ ਨੇ ਪੁੱਛਣਾ ਹੈ, ਇਹ ਕਰਕੇ ਕਲਾਸ ਦੇ ਸਵਾਲ ਸਾਰੇ ਉਹ ਯਾਦ ਕਰਨਗੇ। ਬਿਲਕੁਲ। ਤੇ ਜੇ ਤੁਸੀਂ ਪੁੱਛਿਆ ਹੀ ਨਹੀਂ, ਤੁਸੀਂ ਆਪਣੇ ਚੱਕਰਾਂ 'ਚ ਲੱਗੇ ਮੋਬਾਇਲ ਤੇ ਚੁੰਝਾਂ ਮਾਰੀ ਜਾਂਦੇ ਜੋ, ਫਿਰ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਲੱਗਣਾ। ਤਾਂ ਇਹ ਗੱਲ ਹੈਗੀ ਹੈ। ਤਾਂ ਇੱਥੇ ਨਜ਼ਰ ਸਾਹਿਬ ਫਿਰ ਤੁਕ ਬੋਲੋ ਮਾਂ-ਬਾਪ ਵਾਲੀ। ਹਾਂ, ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਮਾਂ-ਬਾਪ ਵਾਂਗੂ ਇੰਨਾ ਕਰੀਬੀ, ਕਹਿੰਦੇ ਸੋਈ ਮੁਕੰਦ ਮੁਕਤ ਕਾ ਦਾਤਾ। ਉਹ ਪਰਮਾਤਮਾ ਹੀ ਮੁਕਤੀ ਦੇ ਸਕਦਾ, ਹੋਰ ਕਿਸੇ ਕੋਲ ਤਾਂ ਮੁਕਤੀ ਹੈ ਨਹੀਂ, ਨਾ ਕਿਸੇ ਦੇਵਤੇ ਕੋਲ ਹੈ ਤੇ ਨਾ ਕਿਸੇ ਦੇਵੀ ਕੋਲ ਹੈਗੀ। ਹੁਣ ਕਹਿੰਦੇ ਆ ਕਿ ਜਿਹੜਾ ਮੈਨੂੰ ਮੁਕਤੀ ਦੇ ਸਕਦਾ ਉਹੀ ਮੇਰਾ ਮਾਂ ਪਿਓ ਆ। ਮਾਂ ਪਿਓ ਮਤਲਬ ਬਹੁਤ ਤਗੜੀ ਗੱਲ, ਪਰ ਅੱਜ ਕੱਲ ਦੇ ਸਮੇਂ 'ਚ ਮਾਂ ਪਿਓ ਦਾ ਰਿਸ਼ਤਾ ਏਡਾ ਵਧੀਆ ਨਹੀਂ ਹੈ ਲੋਕਾਂ ਲਈ, ਕਿਉਂਕਿ ਜਿਹੜੀ ਔਲਾਦ ਆ ਉਹ ਇਸ ਰਿਸ਼ਤੇ ਨੂੰ ਐਡਜਸਟ ਨਹੀਂ ਕਰ ਪਾਉਂਦੀ। ਥੋੜਾ ਬਜ਼ੁਰਗਾਂ ਤੋਂ ਵੀ ਕਮੀ ਹੈ, ਮੈਂ ਨਹੀਂ ਕਹਿੰਦਾ ਕਿ ਵੀ ਬੜੇ ਸਹੀ ਨੇ, ਕੁਝ % ਤੱਕ ਉਹਨਾਂ ਨੂੰ ਵੀ ਆਪਣੀਆਂ ਐਨਕਾਂ ਨੂੰ ਬਦਲਣ ਦੀ ਲੋੜ ਹੈ। ਔਲਾਦ ਨੂੰ ਤੇ ਵੈਸੇ ਵੀ ਆਪਣਾ ਧਿਆਨ ਦੇਣਾ ਚਾਹੀਦਾ। ਦੇਖੋ, ਜਿੰਨਾ ਚਿਰ ਤੱਕ ਅਸੀਂ ਜੀਵਨ ਨੂੰ ਉਹਦੇ ਰੂਪ 'ਚ ਨਹੀਂ ਨਾ ਦੇਖਦੇ, ਉਹਨਾਂ ਚਿਰ ਸਾਡੇ ਜੀਵਨ 'ਚ ਸ਼ਾਂਤੀ ਨਹੀਂ ਆਵੇਗੀ। ਆਪ ਇੱਕ ਚੀਜ਼ ਦੇਖੋ, ਜੇਕਰ ਤੁਹਾਡੇ ਘਰ 'ਚ ਕੋਈ ਜੀਅ ਦੁਖੀ ਬੈਠਾ ਹੈ, ਉਹਦਾ ਹੱਕ ਉਹਨੂੰ ਨਹੀਂ ਮਿਲਦਾ, ਤੁਹਾਡੇ ਲਈ ਸ਼ਾਂਤ ਹੋਣਾ ਕਾਫੀ ਮੁਸ਼ਕਿਲ ਹੋਵੇਗਾ, ਕਿਉਂਕਿ ਬੰਦਾ ਨੈਗੇਟਿਵ ਐਨਰਜੀ ਛੱਡ ਰਿਹਾ। ਔਰ ਨੈਗੇਟਿਵ ਐਨਰਜੀ ਹੁਣ ਤੁਹਾਡੇ ਲਾਗੇ ਵੇਖੋ, ਇੱਕ ਤੁਹਾਡਾ ਘਰ ਇੱਕਦਮ ਫੁੱਲਾਂ ਦਾ ਬਾਗ ਹੈਗਾ, ਉੱਥੇ ਇੱਕ ਟੋਕਰਾ ਗੰਦਾ ਵੀ ਪਿਆ ਹੋਵੇ ਤੇ ਨਿਜਰ ਸਾਹਿਬ ਬਿਲਕੁਲ ਗੰਦਗੀ ਦੀ ਬਦਬੂ ਬਿਲਕੁਲ ਆਉਣੀ, ਗੰਦਗੀ ਦੀ ਬਦਬੂ ਤਾਂ ਆਏਗੀ, ਉਹ ਸਾਰੇ ਬਾਗ ਨੂੰ ਖਰਾਬ ਕਰੇਗੀ। ਹਾਂ, ਤੇ ਇਸੇ ਤਰ੍ਹਾਂ ਹੀ ਆ, ਤੁਸੀਂ ਵੇਖ ਲਓ, ਤੁਸੀਂ 100 ਬੰਦੇ ਤੁਹਾਡੇ ਲਾਗੇ ਖੁਸ਼ ਨੇ, ਇੱਕ ਬੰਦਾ ਜਿਹੜਾ ਨਹੀਂ ਖੁਸ਼, ਔਰ ਉੱਥੋਂ ਕਿਹੋ ਜਿਹੀ ਵਾਈਬ੍ਰੇਸ਼ਨ ਆਉਣੀ ਆ। ਇਹ ਚੀਜ਼ ਦੇ ਲਈ ਦੇਖੋ,
ਇਹ ਨਹੀਂ ਆ ਕਿ ਕੋਈ ਤੁਸੀਂ ਹੋਰ ਕਿਤੇ ਜਗ੍ਹਾ ਤੇ ਵੱਧ ਪਰਫਿਊਮ ਪਾ ਦੋਗੇ, ਕੀ ਪਰਫਿਊਮ ਪਾਉਣ ਦੇ ਨਾਲ ਬਦਬੂ ਚੱਲ ਜੂਗੀ? ਉਹ ਨਹੀਂ ਜਾ ਸਕਦਾ। ਉਹਦਾ ਹੱਲ ਕੀ ਆ? ਉਹਨੂੰ ਬਦਬੂ ਨੂੰ ਦੂਰ ਕਰਨ ਦਾ, ਜੋ ਉਹਦਾ ਹੱਕ ਬਣਦਾ ਉਹਨੂੰ ਦਿਓ। ਬਿਲਕੁਲ ਇਹੋ ਹੀ ਹੈ ਸੱਚ, ਇਸ ਤੋਂ ਵੱਧ ਕੁਝ ਵੀ ਨਹੀਂ। ਠੀਕ ਹੈ, ਮਾਣ ਸਨਮਾਨ ਕਰੋ ਜਿੰਨਾ ਬਣਦਾ ਹੈ। ਇੱਥੇ ਕਹਿੰਦੇ ਮਾਤਾ ਪਿਤਾ ਮੇਰਾ ਕੌਣ ਹੈ? ਉਹ ਪ੍ਰਮਾਤਮਾ ਜਿਹੜਾ ਮੁਕਤੀ ਦਾ ਦਾਤਾ ਹੈ। ਆਮ ਬੰਦੇ ਨੂੰ ਮਾਤਾ ਪਿਤਾ ਨਹੀਂ ਕਿਹਾ। ਹੁਣ ਆਮ ਹੀ ਲੋਕੀ ਗੋਡੇ ਫੜ ਕੇ ਮੈਂ ਲੰਡੇ ਜਿਹੇ ਸਾਧ ਦੇ ਇਹ ਕਹਿੰਦੇ ਬਾਬਾ ਜੀ ਮਿਹਰ ਕਰੋ ਸਾਡੇ ਤੇ ਕਿਰਪਾ ਕਰੋ। ਹੁਣ ਬਾਬੇ ਕੋ ਵਿਚਾਰੇ ਕੋ ਕੁਛ ਵੀ ਨਹੀਂ ਹੈਗਾ। ਬਾਬਾ ਦੇ ਆਪ ਦਿਹਾੜੀ ਲਾਉਂਦੇ ਆ ਵਿਚਾਰਾ। ਤੇ ਇਹ ਮਤਲਬ ਕਹਿਣ ਤੋਂ ਭਾਵ ਕਿ ਮੁਕੰਦ ਦਾ ਦਾਤਾ ਜਿਹੜਾ ਤੁਹਾਨੂੰ ਜੇਕਰ ਪੈਰ ਫੜਨੇ ਆ ਤੇ ਉਸ ਪਰਮਾਤਮਾ ਦੇ ਹੀ ਫੜਨੇ ਪੈਣੇ ਆ। ਬਿਲਕੁਲ। ਪਤਾ ਕਾਰਨ ਕੀ ਹੈ ਇਹਦਾ? ਕਾਰਨ ਬਹੁਤ ਵੱਡਾ ਸਾਧ ਸੰਗਤ ਜੀ। ਬਾਣੀ ਚ ਤੁਸੀਂ ਵੇਖਿਆ, ਬਾਣੀ ਚ ਕਿਤੇ ਵੀ ਨਹੀਂ ਕਿਹਾ ਕਿ ਬਾਬੇ ਦੇ ਪੈਰ ਕੁੱਟੀ ਜਾਓ। ਉਹਦਾ ਕਾਰਨ ਹੈ ਇੱਕ ਬਹੁਤ ਵੱਡਾ। ਜਦੋਂ ਬੰਦਾ ਸਰੀਰ ਦਾ ਤਿਆਗ ਕਰਦਾ ਨਾ, ਉਹਦਾ ਤੁਹਾਡੇ ਨਾ ਚਿੱਤ ਚ ਨਾ ਫੋਟੋ ਨਹੀਂ ਬਣਨੀ ਚਾਹੀਦੀ। ਜਿਹਦੀ ਫੋਟੋ ਬਣ ਗਈ ਸਮਝ ਲਓ ਕਿ ਤੁਸੀਂ ਉਹ ਇੱਕ ਜੜ ਚ ਚੱਲ ਜਾਣਾ। ਚਿੱਤ ਨੂੰ ਜਿਹੜਾ ਵਾ ਉਹ ਨਿਰਬੀਜ ਕਰਨਾ ਹੈ। ਔਰ ਜਿੰਨਾ ਚਿਰ ਤੱਕ ਚਿੱਤ ਨਿਰਬੀਜ ਨਹੀਂ ਹੁੰਦਾ, ਜਿੰਨਾ ਚਿਰ ਤੱਕ ਬੀਜ ਤੋਂ ਮੁਕਤ ਨਹੀਂ ਹੁੰਦਾ, ਉਹਨਾਂ ਚਿਰ ਤੱਕ ਤੁਹਾਡਾ ਜੀਵਨ ਜਿਹੜਾ ਉੱਚਾ ਨਹੀਂ ਹੋ ਸਕਦਾ। ਔਰ ਉੱਚਾ ਕਰਨ ਦਾ ਇੱਕੋ ਹੀ ਤਰੀਕਾ ਹੈਗਾ, ਤੁਸੀਂ ਜੀਵਨ ਨੂੰ ਉਹਦੇ ਰੂਪ ਚ ਦੇਖੋ। ਸ਼ਾਰਟਕਟ ਨਹੀਂ ਚੱਲ ਸਕਦਾ, ਨਾ ਸ਼ਾਰਟਕਟ ਹੈਗਾ ਜੀ। ਜੋ ਵੀ ਉਹਦੇ ਪੈਰਾਮੀਟਰ ਹੈਗੇ ਤੁਹਾਨੂੰ ਉਹਨੂੰ ਫੋਲੋ ਕਰਨਾ ਪਊਗਾ, ਉਹਨੂੰ ਉਹਦੇ ਰੂਪ ਚ ਬਤੀਤ ਕਰਨਾ ਪਊਗਾ। ਇਹ ਗੱਲ ਨੂੰ ਯਾਦ ਰੱਖਣਾ ਹਮੇਸ਼ਾ। ਅਗਲੀ ਤੁਕ ਬੋਲੋ ਨੇ ਜੈਸਾ जीवत मुकंदे मर्त मुकंदे ताके सेवक को पाओ ताके सेवक को सदा आनंद है। इथों देखो कह रहे कि महाराज कहते टॉप प्रायोरिटी ते लैके आ इस काम नूं, ਉਹ ਮੁਕੰਦ ਨੂੰ ਯਾਦ ਕਰਨ ਨੂੰ ਟੌਪ ਪ੍ਰਾਇੋਰਟੀ 'ਤੇ ਲੈ ਕੇ ਆ। ਜੀਵਤ ਮੁਕੰਦੇ ਮਰਤ ਮੁਕੰਦੇ, ਜਨਮ ਤੇ ਮਰਨ ਤੱਕ ਜਿਹੜਾ ਇਹਨੂੰ ਨੇਮ ਬਣਾ ਲਾ ਆਪਣਾ ਨਿਤਨੇਮ। ਜੇ ਇਸ ਤਰ੍ਹਾਂ ਉਸ ਮੁਕੰਦ ਦੀ ਸੇਵਾ ਕਰੇਗਾ ਤੇ ਉਸ ਨੂੰ ਪਰਮਾਤਮਾ ਦਾ ਜਿਹੜਾ ਵੀ ਸੇਵਕ ਹੈਗਾ, ਜਿਹੜਾ ਵੀ ਪਰਮਾਤਮਾ ਦੀ ਭਗਤੀ ਕਰ ਰਿਹਾ ਆ, ਉਹਨੂੰ ਹਮੇਸ਼ਾ ਆਨੰਦ ਹੀ ਆਨੰਦ ਹੋਏਗਾ ਭਾਈ। ਤਾਂ ਕਿ ਸੇਵਕ ਕੋ ਸਦਾ ਆਨੰਦੇ ਰਹਾਓ। ਹਾਂਜੀ ਵੀਰ ਜੀ। ਹਾਂਜੀ, ਜੀਵਤ ਮੁਕੰਦੇ ਮਰਤ ਮੁਕੰਦੇ। ਹੁਣ ਦੇਖੋ ਇੱਕ ਚੀਜ਼ ਨੂੰ ਆਪ ਦੇਖੋ, ਇੱਥੇ ਉਹਨਾਂ ਦਾ ਕਹਿਣ ਤੋਂ ਭਾਵ ਇਹ ਹੈ ਕਿ ਹੁਣ ਤੁਸੀਂ ਸਵੇਰੇ ਜਿਮ 'ਚ ਗਏ, ਘੰਟੇ ਐਕਸਰਸਾਈਜ਼ ਕੀਤੀ, ਮੁੜ ਕੇ ਸਾਰਾ ਦਿਨ ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਹੈ। ਉਹ ਜਿਮ ਦੀ ਐਕਸਰਸਾਈਜ਼ ਤੇ ਚੱਲੂਗੀ। ਪਰ ਜੇਕਰ ਤੁਸੀਂ 24 ਘੰਟਿਆਂ 'ਚ ਕੇਵਲ ਅੱਧਾ ਘੰਟਾ ਰੱਬ ਦਾ ਨਾਮ ਲੈ ਲਿਆ, ਵਾਹਿਗੁਰੂ 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 ਕਹਿ ਕੇ, ਤੇ ਮੁੜ ਕੇ ਜਿਹੜਾ 23 ਘੰਟੇ ਤੇ 30 ਮਿੰਟ ਤੁਸੀਂ ਆਪਣੀ ਮਰਜ਼ੀ ਨਾਲ ਬਤੀਤ ਕੀਤੇ, ਤੇ ਉਹਦਾ ਰਿਜ਼ਲਟ ਕੀ ਨਿਕਲੂਗਾ? ਏਡਾ ਵਧੀਆ ਰਿਜ਼ਲਟ ਨਹੀਂ ਨਿਕਲਣਾ, ਕਿਉਂਕਿ ਉਹ ਸਰਕਲ ਤੁਸੀਂ ਤੋੜ ਦਿੱਤਾ। ਹੁਣ ਅਗਲੀ ਤੋਂ ਕੋਲ ਨਜਰ ਸਾਹਿਬ, ਹਾਂ, ਤਾਂ ਕਿ ਸੇਵਕ ਕੋ ਸਦਾ ਆਨੰਦ ਹੈ। ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹਨੂੰ ਹਮੇਸ਼ਾ ਆਨੰਦ ਹੁੰਦਾ ਹੈ। ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨਿਸ਼ਾਨੰ। ਕਹਿੰਦੇ ਮੁਕੰਦ ਜਿਹੜਾ ਹੈਗਾ ਮੇਰੇ ਪ੍ਰਾਣ ਹੈਗੇ। ਇਹ ਭਗਤੀ, ਇਹ ਧਿਆਨ ਸਿਮਰਨ, ਉਹ ਮਾਲਕ ਪਰਮਾਤਮਾ ਮੇਰੇ ਪ੍ਰਾਣ ਹੈਗਾ। ਪ੍ਰਾਣਾ ਤੋਂ ਪਿਆਰਾ ਆ ਮੈਨੂੰ। ਜਪੇ ਮੁਕੰਦ ਮਸਤਕੇ ਨਿਸ਼ਾਨ, ਕਿਉਂਕਿ ਇਸ ਦੇ ਨਾਲ ਧਿਆਨ ਸਿਮਰਨ ਕਰਨ ਦੇ ਨਾਲ ਮੈਨੂੰ ਵੀਜ਼ਾ ਮਿਲ ਜਾਂਦਾ ਹੈ। ਮੈਨੂੰ ਮਾਲਕ ਦੇ ਦੇਸ਼ ਦਾ ਵੀਜ਼ਾ ਲੱਭ ਜਾਂਦਾ ਹੈ ਭਾਈ। ਨਿਸ਼ਾਨ ਆ ਜਾਂਦਾ। ਨਿਸ਼ਾਨ ਦਾ ਮਤਲਬ ਹੈ ਵੀਜ਼ਾ, ਮੱਥੇ ਤੇ ਵੀਜ਼ਾ ਆ ਗਿਆ ਬਈ, ਪਾਸ ਹੈ ਇਹ ਬੰਦਾ। ਜਪ ਮੁਕੰਦ ਮਸਤਕੇ ਨਿਸ਼ਾਨੰ ਸੇਵ ਮੁਕੰਦ ਕਰੈ ਬੈਰਾਗੀ। ਇਹ ਜਿਹੜਾ ਧਿਆਨ ਸਿਮਰਨ ਹੈਗਾ, ਇਹਨੇ ਜਿਹੜਾ ਹੈਗਾ ਜੋ ਬੰਧਨ ਹੈਗੇ, ਜੋ ਮਾਇਆ ਹੈਗੀ, ਜੋ ਚੋਗਾ ਖਿਲ ਰਿਹਾ ਪਿਆ ਆ, ਉਹਦੇ ਵੱਲੋਂ ਤੁਹਾਨੂੰ ਬੈਰਾਗ ਪੈਦਾ ਕਰ ਦੇਣਾ ਹੈ, ਸੰਕੋਚ ਦੇਣਾ। ਇਹਨੇ ਘੱਟ ਤੇ ਸਾਰ ਦੇਣਾ ਹੈ ਤੁਹਾਡਾ ਕੰਮ। ਸੇਵ ਮੁਕੰਦ ਕਰੇ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ। ਉਹੀ ਮੁਕੰਦ ਹੈਗਾ। ਆਪਾਂ ਜਿਹੜੇ ਦੁਰਬਲ ਹੈਗੇ ਆ, ਆਪਾਂ ਜਿਹੜੇ ਭਿਖਾਰੀ ਹੈਗੇ ਆ, ਆਪਾਂ ਜਿਹੜੇ ਹੈਗੇ ਮੰਗਤੇ ਹੈਗੇ ਆ, ਆਪਾਂ ਜਿਹੜੇ ਧਨਹੀਨ ਹੈਗੇ ਆ, ਉਹਦੇ ਨਾਲ ਫਿਰ ਕੀ ਹੋਊਗਾ? ਧਨਵਾਨ ਹੋ ਜਾਵਾਂਗੇ, ਕਿਸੇ ਤੇ ਡਿਪੈਂਡੈਂਟ ਨਹੀਂ ਰਹਾਂਗੇ। ਹਾਂਜੀ ਵੀਰ ਜੀ। ਹਾਂਜੀ ਨਿਜ ਸਾਹਿਬ, ਪਹਿਲੀ ਤੁਕ ਹੋਈ ਹੈ ਨਾ, ਮੁਕੁੰਦ ਮੁਕੁੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕੇ ਨਿਸ਼ਾਨੰ। ਹੁਣ ਕਹਿੰਦੇ ਕਿ ਪ੍ਰਭੂ ਦਾ ਜਿਹੜਾ ਸਿਮਰਨ ਹੈ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ। ਹੁਣ ਆਸਰੇ ਦਾ ਮਤਲਬ ਕਿ ਪੁਲ ਦੇ ਥੱਲੇ ਸਪੋਰਟਾਂ ਦਿੱਤੀਆਂ ਹੁੰਦੀਆਂ ਨਾ। ਬਿਲਕੁਲ। ਹਾਂ, ਉਸ ਤਰ੍ਹਾਂ ਮਤਲਬ ਉਸ ਤੋਂ ਬਿਨਾਂ ਕੰਮ ਨਹੀਂ ਚੱਲੇਗਾ। ਹੁਣ ਪੁਲ ਦੀ
ਪੁੱਟ ਕੱਢ ਲਈਏ ਪੁੱਲ ਟੁੱਟ ਜਾਂਦਾ ਹੈ। ਉਸੇ ਤਰ੍ਹਾਂ ਕਹਿੰਦੇ ਕਿ ਪ੍ਰਮਾਤਮਾ ਦਾ ਨਾਮ ਹੈ, ਮੇਰਾ ਨਾਮ ਆ, ਉਹ ਪ੍ਰਾਣਾ ਦੇ ਰੂਪ ਚ ਮੇਰੇ ਜੀਵਨ ਦਾ ਹਿੱਸਾ ਹੈ। ਮਤਲਬ ਕਿ ਉਹ ਤੋਂ ਬਿਨਾਂ ਮੇਰਾ ਸਮਾਂ ਨਹੀਂ ਚੱਲਦਾ। ਮੈਂ ਉਹਨਾਂ ਤੋਂ ਉਸ ਤੋਂ ਬਿਨਾਂ, ਉਹਦੀ ਹੋਣ ਤੋਂ ਬਿਨਾਂ ਮੈਂ ਆਪਣਾ ਜੀਵਨ ਨਹੀਂ ਬਤੀਤ ਕਰਦਾ। ਇੰਨਾ ਇੰਪੋਰਟੈਂਟ ਚੈਪਟਰ ਹੈ ਮੇਰੇ ਜੀਵਨ ਦਾ ਪਾਠ। ਹਾਂਜੀ ਨਿਜ ਸਾਹਿਬ ਅਗਲੀ ਤੁਕ ਬੋਲੋ। ਜਪ ਮੁਕੰਦ ਮਸਤਕੇ ਨਿਸ਼ਾਨ, ਕਹਿੰਦੇ ਇਸੇ ਧਿਆਨ ਸਿਮਰਨ ਦੇ ਨਾਲ, ਇਸੇ ਨੂੰ ਜਪਣ ਦੇ ਨਾਲ ਕਹਿੰਦੇ ਮੇਰੇ ਮੱਥੇ ਤੇ ਨਿਸ਼ਾਨ ਆ ਜਾਂਦਾ ਹੈ ਭਾਈ, ਮੇਰੇ ਮੱਥੇ ਤੇ ਨਿਸ਼ਾਨ ਆ ਜਾਂਦਾ ਹੈ। ਮਾਲਕ ਪਰਮਾਤਮਾ ਦੇ ਦਰ ਤੇ ਮੈਨੂੰ ਐਂਟਰੀ ਹੋ ਜਾਂਦੀ ਹੈ ਮੇਰੀ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਜਦੋਂ ਤੁਸੀਂ ਪ੍ਰਮਾਤਮਾ ਦਾ ਨਾਮ ਜਪੇ ਨਾ, ਤੁਹਾਡੇ ਮੱਥੇ ਤੇ ਨਿਸ਼ਾਨ ਆ ਜਾਣਾ, ਤੁਹਾਡੇ ਮੱਥੇ ਤੇ ਸਟੈਂਪ ਲੱਗ ਜਾਣੀ ਆ ਤੀਜੇ ਨੇਤਰ ਦੀ। ਤੀਜਾ ਨੇਤਰ ਜਿਹੜਾ ਨਾ, ਜਦੋਂ ਪ੍ਰਾਣ ਐਕਟੀਵੇਟ ਹੋ ਜਾਂਦੇ ਨਾ, ਥਰਡ ਆਈ ਕਹਿੰਦੇ ਜਿਹਨੂੰ ਆਪਾਂ, ਤੇ ਤੁਹਾਡੇ ਮੱਥੇ ਤੇ ਜਿੱਦਾਂ ਸਟੈਂਪ ਨਹੀਂ ਲੱਗ ਜਾਂਦੀ, ਜਿੱਦਾਂ ਮਤਲਬ ਜਿੱਦਾਂ ਨੋਟ ਆ, ਸਟੈਂਪ ਤੋਂ ਬਿਨਾਂ ਕਾਹਦਾ ਵੈਲਿਊ ਉਹਦੀ, ਵਿੱਚ ਧਾਗਾ ਜਿਹਾ ਨਹੀਂ ਹੁੰਦਾ ਉਹਦੇ, ਵੈਲਿਡਿਟੀ ਜਿਹੜੀ ਉਹਦੀ ਕੀਮਤ ਬਣਾਉਂਦਾ। ਉਸੇ ਹੀ ਤਰ੍ਹਾਂ ਜਦੋਂ ਆਪਾਂ ਰੱਬ ਦਾ ਨਾਂ ਲੈਂਦੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਨਾ, ਸਾਡੇ ਫਿਰ ਮੱਥੇ ਦੇ ਉੱਪਰ ਇੱਕ ਸਟੈਂਪ ਆ ਜਾਂਦੀ। ਉਹ ਸਟੈਂਪ ਜਿਹੜੀ ਆ, ਉਹ ਲਾਉਣੀ ਆ ਨਹੀਂ ਲਾਉਣੀ ਆ, ਇਹ ਬੰਦੇ ਦਾ ਆਪਣਾ ਨਿੱਜੀ ਫੈਸਲਾ ਹੈ। ਪ੍ਰਕਿਰਤੀ ਇਹ ਨਹੀਂ ਕਹਿੰਦੀ ਕਿ ਤੂੰ ਲਾ, ਪ੍ਰਕਿਰਤੀ ਇਹ ਵੀ ਨਹੀਂ ਕਹਿੰਦੀ ਨਾ ਲਾ, ਉਹ ਸਾਡੀ ਮਰਜ਼ੀ ਹੈ। ਹੁਣ ਤੁਸੀਂ ਦੇਖ ਲਓ, ਆਪਾਂ ਜੋ ਵੀ ਕਰਦੇ ਹਾਂ ਉਹਦੇ ਵਿੱਚ ਸਾਡਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਹੈ, ਇਹ ਸਾਡੇ ਕਰਨ ਦੇ ਉੱਤੇ ਡਿਪੈਂਡ ਹੈ। ਠੀਕ ਹੈ। ਤੇ ਹੁਣ ਕਹਿੰਦੇ ਆ ਕਿ ਸੋਈ ਮੁਕੰਦ ਦੁਰਬਲ ਧਨ ਸੇਵ ਮੁਕੰਦ ਕਰੇ ਬੈਰਾਗੀ, ਕਹਿੰਦੇ ਮੁਕੰਦ ਦੀ ਪਰਮਾਤਮਾ ਦੀ ਸੇਵਾ। ਉਹਦੀ ਕੀ ਸੇਵਾ ਹੈ? ਉਹ ਤਾਂ ਰੂਪ ਨਾ ਰੇਖ ਨਾ ਰੰਗ ਹੈ ਨਹੀਂ, ਉਹਦਾ ਧਿਆਨ ਸਿਮਰਨ। ਧਿਆਨ ਸਿਮਰਨ ਕੀ ਕਰਦਾ ਹੈ? ਕਹਿੰਦੇ ਬੈਰਾਗ ਪੈਦਾ ਕਰ ਦਿੰਦਾ। ਇਹੀ ਤਾਂ ਖਾਸ ਹੈ। ਇਸੇ ਨੇ ਤਾਂ ਜਿਹੜਾ ਹੈਗਾ ਮਾਇਆ ਤੋਂ, ਚੋਗੇ ਤੋਂ ਆਪਾਂ ਨੂੰ ਹਟਾਉਣਾ ਹੈ। ਇਸੇ ਨੇ ਤਾਂ ਮੱਛੀ ਨੂੰ ਕੁੰਡੇ 'ਚ ਫਸਣ ਤੋਂ ਬਚਾਉਣਾ ਹੈ ਭਾਈ। ਇਸ ਧਿਆਨ ਸਿਮਰਨ ਨੇ, ਮੁਕੰਦ ਦੀ ਸੇਵਾ ਨੇ। ਸੇਵ ਮੁਕੰਦ ਕਰੇ ਬੈਰਾਗੀ, ਸੋਈ ਮੁਕੰਦ ਦੁਰਬਲ ਧਨ ਲਾਦੀ। ਉਹੀ ਮੁਕੰਦ ਹੈਗਾ ਜਿਹੜਾ ਕਿ ਨਿਰਧਨ ਨੂੰ ਧਨ ਦੇ ਦਿੰਦਾ ਹੈ। ਨਿਰਧਨ ਜਿਹੜਾ ਹੈਗਾ ਉਹ ਧਨਵਾਨ ਹੋ ਜਾਂਦਾ ਹੈ। ਉਹ ਆਉਂਦਾ ਹੈ ਨਾ ਇੱਕ ਜਗ੍ਹਾ ਤੇ ਆਉਂਦਾ ਹੈ, ਕੋਟ ਲਾਖ ਸਰਬ ਕੋ ਦਾਤਾ ਜਿਸ ਹਿਰਦੈ ਨਾਮ ਤੁਮਾਰਾ। ਹਾਂਜੀ ਵੀਰ ਜੀ ਠੀਕ ਹੈ ਜੀ। ਕਹਿੰਦੇ ਸੇਵ ਮੁਕੰਦ ਕਰੇ ਬੈਰਾਗੀ। ਹੁਣ ਕੀ ਆ ਕਿ ਜਿੰਨਾ ਚਿਰ ਤੱਕ ਤੁਸੀਂ ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਉਹਨਾਂ ਚਿਰ ਤੱਕ ਤੁਸੀਂ ਸੰਸਾਰ ਤੋਂ ਉਪਰਾਮ ਨਹੀਂ ਹੋਣਾ। ਬਿਲਕੁਲ। ਕਿਉਂਕਿ ਇਹ ਜੜ ਹੈਗਾ। ਤੁਹਾਡਾ ਮਨ ਵੇਖੋ ਕਿੱਦਾਂ ਭੜਕਦਾ ਫਿਰਦਾ। ਤੁਸੀਂ ਜਿਹੜੀ ਚੀਜ਼ ਲੈ ਲਈ ਅੱਜ ਬੜੀ ਵਧੀਆ ਲੱਗਦੀ ਹੈ, 2-2.5 ਸਾਲ ਬਾਅਦ ਵੇਖ ਲਿਓ, ਤੁਸੀਂ ਪੁੱਛੋ ਕਿ ਬਈ ਉਹ ਚੀਜ਼ ਬਹੁਤ ਵਧੀਆ, ਇਹਨੇ ਕਹਿਣਾ ਨਹੀਂ ਬਈ ਹੁਣ ਦੂਜੀ ਚੀਜ਼ ਲੈ ਕੇ ਦੇ ਮੈਨੂੰ। ਇਹ ਸੰਸਾਰ ਜਿਹੜਾ ਹੈ, ਇਹਦੇ ਪ੍ਰਤੀ ਜਿਹੜਾ ਵਿਰਾਗ ਹੈ, ਵਿਰਾਗ ਨੂੰ ਪੈਦਾ ਕਰਨ ਦੇ ਲਈ ਤੁਹਾਡੇ ਕੋਲ ਨਾਮ ਚਾਹੀਦਾ ਪਰਮਾਤਮਾ ਦਾ। ਬਿਲਕੁਲ। ਨਾਮ ਜਦੋਂ ਵੀ ਤੁਹਾਡੇ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਜਿੰਨਾ ਚਿਰ ਨਾਮ ਨਹੀਂ ਪ੍ਰਗਟ ਹੁੰਦਾ, ਜੀਵਨ 'ਚ ਤੁਹਾਡੇ ਵਿਰਾਗ ਨਹੀਂ ਆ ਸਕਦਾ। ਵਿਰਾਗ ਦਾ ਮਤਲਬ ਕਿ ਮੈਂ ਸੰਤੁਸ਼ਟ ਹਾਂ। ਹੁਣ 5-6 ਰੋਟੀਆਂ ਖਾ ਕੇ ਤੁਸੀਂ ਕਹੋ ਬਈ ਹੁਣ ਨਾ ਮੇਰਾ ਢਿੱਡ ਭਰ ਗਿਆ, ਹੁਣ ਨਹੀਂ ਮੈਂ ਖਾਣੀ, ਬਸ। ਹੁਣ ਵਿਰਾਗ ਦਾ ਮਤਲਬ ਇਹ ਵੀ ਆ ਕਿ ਜਿਉਂਦੇ ਜੀ ਸੰਸਾਰ ਤੋਂ ਉਪਰਾਮ ਹੋ ਜਾਣਾ, ਸੰਸਾਰ ਦੀ ਅਸਲੀਅਤ ਨੂੰ ਦੇਖ ਲੈਣਾ ਔਰ ਉਹਨੂੰ ਜਾਣ ਲੈਣਾ। ਇਹ ਜੀਵਨ ਦਾ ਸਭ ਤੋਂ ਵੱਡਾ ਇੱਕ ਚੈਪਟਰ ਹੈ। ਤੇ ਜੇ ਬੰਦਾ ਵਿਰਾਗੀ ਨਹੀਂ ਹੋਇਆ, ਬੰਦਾ ਉਸੇ ਤਰ੍ਹਾਂ ਭੋਗਾਂ 'ਚ ਬੈਠਾ ਵਾ, ਵਿਸ਼ੇ ਵਿਕਾਰਾਂ 'ਚ ਬੈਠਾ ਹੈ, ਤੇ ਫਿਰ ਤੇ ਉਹ ਕੁਝ ਗੜਬੜ ਹੈਗੀ। ਹਾਂਜੀ ਨਜਰ ਸਾਹਿਬ ਅਗਲੀ ਤੁਕ ਬੋਲੋ। ਸੇ ਮੁਕੰਦ ਕਰੇ ਬੈਰਾਗੀ, ਸੋਈ ਮੁਕੰਦ ਦੁਰਬਲ ਧਨ ਲਾਦੀ। ਉਹੀ ਮੁਕੰਦ ਜਿਹੜਾ ਹੈਗਾ ਨਿਰਧਨ ਨੂੰ ਧਨਵਾਨ ਬਣਾ ਦਿੰਦਾ ਹੈ। ਤੇ ਇਸ ਤੋਂ ਅੱਗੇ ਏਕ ਮੁਕੰਦ ਕਰੇ ਉਪਕਾਰ। ਕਹਿੰਦੇ ਬਸ ਪਿਆਰਿਓ, ਜੇ ਉਪਕਾਰ ਚਾਹੀਦਾ ਨਾ, ਜੇ ਤੁਸੀਂ ਜੀਵਨ ਦੇ ਵਿੱਚ ਉਚਾਈ ਚਾਹੁੰਦੇ ਹੋ ਤੇ ਇੱਕ ਮਾਲਕ ਪਰਮਾਤਮਾ ਦੀ ਭਗਤੀ ਕਰੋ। ਉਸੇ ਨੇ ਉਪਕਾਰ ਕਰਨਾ ਹੈ, ਉਸੇ ਨੇ ਉਪਕਾਰ ਕਰਨਾ ਹੈ। ਜਿਹੜਾ ਇੱਕ ਮਾਲਕ ਪਰਮਾਤਮਾ ਦੀ, ਜਿਹੜਾ ਇਨਸਾਨ ਮਾਲਕ ਪਰਮਾਤਮਾ ਦੀ ਭਗਤੀ ਕਰਦਾ ਹੈ ਭਾਈ, ਤੇ ਦੇਖ ਲਓ ਕੀ ਕਹਿ ਰਿਹਾ ਰਵਿਦਾਸ ਜੀ, ਹਮਰਾ ਕਹਾਂ ਕਰੇ ਸੰਸਾਰ। ਕਹਿੰਦੇ ਫਿਰ ਇਹ ਮਾਇਆ ਜਿੰਨੀ ਮਰਜੀ ਦੁੱਗਣੀ ਤਿੱਗਣੀ ਚੌਗਣੀ ਮਾਇਆ ਹੋਰ ਖਿਲਾਰਦੇ ਮਾਲਕ ਪਰਮਾਤਮਾ, ਕਹਿੰਦੇ ਕੁਛ ਨਹੀਂ ਕਰ ਸਕਦਾ। ਜੇ ਇੱਕ ਮਾਲਕ ਪਰਮਾਤਮਾ ਜਿਹੜਾ ਹੈਗਾ, ਜੇ ਉਹਦੀ ਆਪਾਂ ਸ਼ਰਨ 'ਚ ਚਲੇ ਜਾਈਏ, ਜੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਏਕ ਮੁਕੰਦ ਕਰੇ ਉਪਕਾਰ, ਉਹੀ ਉਪਕਾਰ ਕਰ ਸਕਦਾ ਹੈ ਮਾਲਕ ਪਰਮਾਤਮਾ। ਹਾਂਜੀ ਵੀਰ ਜੀ।
ਕਹਿੰਦੇ ਏਕ ਮੁਕੰਦ ਕਰੇ ਉਪਕਾਰ, ਕਹਿੰਦੇ ਪਰਮਾਤਮਾ ਹੀ ਹੈ ਜਿਹੜਾ ਸਾਡੇ ਤੇ ਰਹਿਮਤ ਕਰਦਾ, ਮਿਹਰ ਕਰਦਾ, और दूसरे किसी ਦੀ ਵਾਦੀ ਗੱਲ ਨਹੀਂ। हाँ ਕਹਿੰਦੇ ਹਮਰਾ ਕਰੇ ਸੰਸਾਰ, हमारा कहाँ करे संसार, मेरा साडा फिर संसार की कर सकता है, ये चोगा की कर सकता है। ਹਾਂਜੀ ਬਿਲਕੁਲ ਸਹੀ ਹੈ ਜੀ। ਜਦੋਂ ਸਾਡੇ ਅੰਦਰ ਗਿਆਨ ਪੈਦਾ ਹੋ ਗਿਆ ਨਾ, ਤੁਹਾਡੇ ਅੰਦਰ ਗਿਆਨ ਪੈਦਾ ਹੋਣਾ ਹੈ, ਔਰ ਜਦੋਂ ਗਿਆਨ ਪੈਦਾ ਹੋ ਗਿਆ ਤੇ ਫਿਰ ਆਟੋਮੈਟਿਕਲੀ ਹੀ ਮਾਇਆ ਦਾ ਜਿਹੜਾ ਪ੍ਰਭਾਵ ਹੈ ਖਤਮ ਹੋ ਜਾਣਾ। ਤੇ ਜੇ ਗਿਆਨ ਹੀ ਪੈਦਾ ਨਹੀਂ ਹੋਇਆ ਤੇ ਮਾਇਆ ਦਾ ਪ੍ਰਭਾਵ ਕਿੱਥੋਂ ਖਤਮ ਹੋਣਾ। ਹੁਣ ਵੇਖੋ ਰੰਗ ਕਾਟ ਹੈ ਨਾ, ਕੱਪੜਿਆਂ 'ਚ ਪਾਈਦਾ ਵਾ, ਤੇ ਉਹਦਾ ਕੰਮ ਹੈ ਕਿ ਰੰਗ ਨੇ ਕਾਟ ਨੂੰ ਕੱਟਣਾ, ਰੰਗ ਨੂੰ ਕੱਟ ਦੇਣਾ। ਇਹੋ ਹਿਸਾਬ ਸਾਡਾ ਵਾ। ਸਾਡੇ ਜੀਵਨ ਜਿਹੜਾ ਨਾਮ ਹੈ, ਨਾਮ ਆਪਣਾ ਅਸਰ ਕਰਦਾ ਹੈ, ਸਾਡੇ ਜੀਵਨ ਨੂੰ ਉੱਚਾ ਵੀ ਚੁੱਕਦਾ ਹੈ ਤੇ ਥੱਲੇ ਵੀ ਸੁੱਟਦਾ ਹੈ। ਉਹ ਡਿਪੈਂਡ ਹੈ ਕਿ ਉਸ ਨਾਮ ਦੀ ਆਪਾਂ ਵਰਤੋਂ ਕਿੱਦਾਂ ਕਰਦੇ ਪਏ। ਠੀਕ ਹੈ, ਅਗਲੀ ਤੋਂ ਕੋਲ ਨਜਸਾ। मेटी जात हुए दरबार, तू ही मुकंद जोग जुग तार। ਹੁਣ ਦੇਖ ਲਓ ਭਾਈ, ਇੱਥੇ ਕਹਿ ਰਹੇ ਮੇਟੀ ਜਾਤ ਹੋਏ ਦਰਬਾਰ। ਹੁਣ ਜਾਤ ਕਿਹੜੀ ਮਿਟਾ ਦਿੱਤੀ ਭਾਈ? ਕੋਈ ਖੱਤਰੀ ਹੈ, ਕੋਈ ਬ੍ਰਾਹਮਣ ਹੈ, ਕੋਈ ਸ਼ੂਦਰ ਹੈ, ਕੋਈ ਵੈਸ਼ ਹੈ, ਤੇ ਇਹ ਜਾਤ ਮਿਟਾ ਦਿੱਤੀ। ਮੈਂ ਜਿਹੜਾ ਹੈਗਾ, ਮੈਂ ਜਿਹੜਾ ਆਪਣੇ ਆਪ ਨੂੰ ਬ੍ਰਾਹਮਣ ਨਹੀਂ ਸਮਝਦਾ, ਤੇ ਮੈਂ ਜਿਹੜਾ ਹੈਗਾ ਜਾਤ ਦਾ ਮਾਨ ਹੰਕਾਰ ਨਹੀਂ ਹੈ ਮੇਰਾ, ਤੇ ਮੈਂ ਦਰਬਾਰ 'ਚ ਪਹੁੰਚ ਜਾਊਂਗਾ ਮਾਲਕ ਦੇ। ਇਹ ਕਿਹੜੀ ਜਾਤ ਦੀ ਗੱਲ ਕਰ ਰਹੇ? ਮੇਟੀ ਜਾਤ ਹੋਏ ਦਰਬਾਰ। ਆਪਣੀ ਜਾਤ ਕੀ ਹੈ? ਆਪਾਂ ਕੀ ਸਮਝਦੇ ਹਾਂ ਆਪਣੇ ਆਪ ਨੂੰ? ਆਪਾਂ ਆਪਣੇ ਆਪ ਨੂੰ ਸਮਝਦੇ ਹਾਂ ਮੈਂ ਇਨਸਾਨ ਹੈਗਾ, ਮੈਂ ਮਨੁੱਖ ਹੈਗਾ, ਬਸ ਮੈਂ ਆ ਗਈ ਇੱਥੇ ਹੀ, ਹਉਮੈ ਆ ਗਈ ਆਪਣੀ। ਇਹ ਜਾਤ ਆਪਣੀ ਜਾਤ ਕੀ? ਆਪਣੀ ਜਾਤ ਹਉਮੈ ਹੈਗੀ ਆ ਭਾਈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਏ। ਹਉਮੈ ਜਦ ਤੱਕ ਹੈਗੀ ਆ ਤਦ ਤੱਕ, ਮਤਲਬ ਵੀ ਆਪਾਂ ਆਪਣੇ ਆਪ ਨੂੰ ਇਨਸਾਨ ਮੰਨ ਰਹੇ ਹਾਂ। ਬਸ ਆਹ ਜਾਤ ਮਟਾਉਣੀ ਹੈ, ਹਉਮੈ ਖਤਮ ਕਰਨੀ ਹੈ। ਬਸ ਹਉਮੈ ਖਤਮ ਹੋਈ ਤੇ ਦਰਬਾਰ ਦੇ ਵਿੱਚ ਹੈ ਬੰਦਾ ਪਾਏ। ਮੇਟੀ ਜਾਤ ਹੋਏ ਦਰਬਾਰ, ਤੂੰ ਹੀ ਮੁਕੰਦ ਜੋਗ ਜੁਗ ਤਾਰ। ਇਹ ਉਹ ਮਾਲਕ ਪਰਮਾਤਮਾ ਹੀ ਮੁਕੰਦ ਹੈਗਾ, ਉਹੀ ਜੋੜਨ ਵਾਲਾ ਹੈਗਾ, ਉਹੀ ਹਰੇਕ ਯੁੱਗ ਦੇ ਵਿੱਚ ਸੰਸਾਰ ਦੇ ਵਿੱਚੋਂ, ਸੰਸਾਰ ਸਮੁੰਦਰ ਤੋਂ ਕੱਢਣ ਵਾਲਾ ਹੈਗਾ, ਤਾਰਨ ਵਾਲਾ ਹੈਗਾ। ਔਰ ਤਰਨਾ ਉਦੋਂ ਹੀ ਹੈ ਜਦ ਹਉਮੈ ਖਤਮ ਹੋ ਗਈ, ਜਦ ਇਹ ਜਾਤ ਖਤਮ ਹੋ ਗਈ। ਹਾਂਜੀ ਵੀਰ ਜੀ। गोरखी साहब आवाज नहीं आ रही? हाँ जी निजर साहब, हाँ जी तो दोबारा बोल दो। मेटी जात हुए दरबार। ਜਾਤ ਜਿਹੜੀ ਹੈ ਮਟਾਈ। ਜਾਤ ਕੀ ਹੈ? ਜਾਤ ਆਪਣੀ ਹੈਗੀ ਆ ਮਨੁੱਖ। ਆਪਾਂ ਸਮਝਦੇ ਮੈਂ ਆਦਮੀ ਆ। ਆਪਾਂ ਆਪਣੇ ਆਪ ਨੂੰ ਸਮਝਦੇ ਹਾਂ ਬਈ ਮੈਂ ਕੋਈ ਹੈਗਾ ਆਦਮੀ। ਬਸ ਮੈਂ ਸਮਝ ਕੇ ਆਪਾਂ ਸਾਰੀ ਕਾਰਵਾਈ ਕਰਦੇ ਹਾਂ ਸਾਰਾ ਜੀਵਨ। ਬਸ ਇਹੀ ਹਉਮੈ ਹੈਗੀ ਆਪਣੀ। ਆਪਾਂ ਹਉਮੈ ਸਾਡੀ ਜਾਤ ਬਣ ਜਾਂਦੀ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ। ਹਉਮੈ ਜਿਹੜਾ ਹੈਗਾ, ਮਹਾਰਾਜ ਨੇ ਇੱਕ ਜਗ੍ਹਾ ਤੀਸਰੀ ਪਾਤਸ਼ਾਹੀ ਨੇ, ਨਹੀਂ ਦੂਸਰੀ ਪਾਤਸ਼ਾਹੀ ਨੇ ਕਿਹਾ, ਪਤਾ ਨਹੀਂ ਪਹਿਲੀ ਪਾਤਸ਼ਾਹੀ ਦਾ, ਜਾਤ ਜਿਹੜੀ ਹਉਮੈ ਹੀ ਸਾਡੀ ਜਾਤ ਹੈਗੀ ਆ ਭਾਈ। ਇਹ ਮਿਟਾਵਾਂਗੇ। ਆਸਾ ਦੀ ਵਾਰ ਚ ਆਉਂਦਾ ਹੈ ਕਿ ਤੇ ਤਾਦੀ ਗੱਲ ਬਣਨੀ। ਹਾਂ ਹਉਮੈ ਉਹ ਜਾਤ ਹੈ। ਹਉਮੈ ਕਰਮ ਕਮਾਏ। ਹਾਂ ਬਸ ਹਉਮੈ ਕਰਮ ਕਮਾਏ। ਬਿਲਕੁਲ ਸਹੀ ਹੈ। ਹਉਮੈ ਹੀ ਜਾਤ ਹੈ ਭਾਈ। ਹਾਂ, ਇਹ ਹਉਮੈ ਜਦੋਂ ਖਤਮ ਹੋ ਗਈ ਤਾਂ ਸਮਝ ਲਓ ਕਿ ਫਿਰ ਤੁਸੀਂ ਬ੍ਰਹਮ ਹੋ ਗਏ। ਠੀਕ ਹੈ। ਬਾਣੀ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਬਿਲਕੁਲ ਸਹੀ ਗੱਲ ਹੈ। ਉੱਥੇ ਮਤਲਬ ਕਿ ਤੁਮ ਨਹੀਂ, ਮਤਲਬ ਕਿ ਜਦੋਂ ਮੇਰੀ ਹਉਮੈ ਨਹੀਂ ਹੈਗੀ ਤੇ ਕੌਣ ਹੈ? ਮੇਰੀ ਹੋਂਦ ਹੈ ਨਹੀਂ, ਮੈਂ ਨਹੀਂ ਹੈਗਾ। ਤੇ ਜਦੋਂ ਹਉਮੈ ਹੈਗੀ ਫਿਰ ਪ੍ਰਮਾਤਮਾ ਨਹੀਂ ਹੈਗਾ, ਉਦੋਂ ਫਿਰ ਮੈਂ ਹੈਗਾ ਜੀ। ਬਿਲਕੁਲ ਹਉਮੈ ਦੇ ਤੌਰ ਤੇ। ਠੀਕ ਹੈ। ਤੇ ਇਹ ਆ ਕਿ ਇੱਕ ਗਿਆ ਤੇ ਜਾਂ ਤੂੰ ਹੋਵੇਗਾ ਜਾਂ ਮੈਂ ਹੋਵਾਂਗਾ, ਇਕੱਠੇ ਨਹੀਂ ਹੋ ਸਕਦੇ। ਜਿਹੜੀ ਜਾਤ ਆ ਸਾਡੀ ਉਹ ਹਉਮੈ ਦੀ ਜਾਤ ਆ। ਬਿਲਕੁਲ। ਔਰ ਹਉਮੈ ਦੀ ਜਾਤ ਜਦੋਂ ਸਾਡੇ ਤੋਂ ਦੂਰ ਹੋ ਜਾਂਦੀ ਫਿਰ ਬ੍ਰਹਮ ਹੀ ਤੇ ਰਹਿ ਜਾਂਦਾ। ਠੀਕ ਹੈ ਜੀ। ਤੇ ਇਹ ਜਿੰਨਾ ਚਿਰ ਤੱਕ ਸਾਨੂੰ ਇਸ ਜਾਤ ਤੋਂ, ਇਸ ਹਉਮੈ ਤੋਂ ਮੁਕਤੀ ਨਹੀਂ ਮਿਲਦੀ, ਉਹਨਾਂ ਚਿਰ ਤੱਕ ਬ੍ਰਹਮ ਲੀਨ ਨਹੀਂ ਹੋਇਆ ਜਾ ਸਕਦਾ। ਬਿਲਕੁਲ। ਬ੍ਰਹਮ ਲੀਨ ਹੋਣ ਦਾ ਮਤਲਬ ਜਿਉਂਦੇ ਜੀ ਉਹਦੇ ਵਿੱਚ ਲੀਨ ਹੋ ਜਾਣਾ। ਮਰਨ ਤੋਂ ਬਾਅਦ ਨਹੀਂ ਕੋਈ ਲੀਨ ਹੁੰਦਾ। ਇਹ ਮਨ ਦੀਆਂ ਗੱਲਾਂ ਨੇ, ਕੇਵਲ ਭਰਮ ਹੈ। ਲੋਕਾਂ ਨੇ ਗਲਤ ਪ੍ਰਚਾਰ ਕਰਤਾ। ਇਹ ਕੋਈ ਨਦੀ ਨਹੀਂ ਹੈ ਜਿਹੜੀ ਸਮੁੰਦਰ 'ਚ ਲੀਨ ਹੋ ਗਈ।
ਬ੍ਰਹਮ ਦੇ ਵਿੱਚ ਜਾਣਾ ਹੈ, ਬ੍ਰਹਮ ਦੇ ਪ੍ਰਕਿਰਤੀ ਤੋਂ ਅੱਗੇ ਬ੍ਰਹਮ ਆ, ਆਪ ਹਿਸਾਬ ਲਾ ਲਓ। ਉਹ ਉੱਥੇ ਉਹ ਜਾਊਗਾ ਜਿਹੜਾ ਹਉਮੈ ਤੋਂ ਮੁਕਤ। ਅਗਲੀ ਤੁਕ ਬੋਲੋ ਨਿਜਰ ਸਾਹਿਬ। ਤੂੰ ਹੀ ਮੁਕੰਦ ਜੋਗ ਜੁਗ ਤਾਰ, ਕਹਿੰਦੇ ਤੂੰ ਹੀ ਆ ਮਾਲਕਾ, ਤੂੰ ਹੀ ਮੁਕਤੀ ਦੇਣ ਵਾਲਾ ਆ, ਤੂੰ ਹੀ ਜੋੜਨ ਵਾਲਾ ਆ ਸਾਨੂੰ, ਔਰ ਹਮੇਸ਼ਾ ਵਾਸਤੇ ਕਿਹੜਾ ਮਰਜੀ ਯੁੱਗ ਹੋਏ ਹਰੇਕ ਯੁੱਗ ਦੇ ਵਿੱਚ ਤੂੰ ਹੀ ਤਾਰਨ ਵਾਲਾ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਤੂੰ ਹੀ ਮੁਕੰਦ ਜੋਗ ਜੁਗ ਤਾਰ, ਤੇ ਇਹ ਬੰਧਨਾਂ ਤੋਂ ਮੁਕਤ ਕਰਨ ਵਾਲਾ ਤੂੰ ਹੀ ਹੈ ਮਾਲਕ, ਤੂੰ ਹੀ ਇੱਕ ਸਮਰੱਥ ਹੈ ਹਰੇਕ ਯੁੱਗ ਦੇ ਵਿੱਚ, ਹਰੇਕ ਯੁੱਗ ਦੇ ਵਿੱਚ ਹਮੇਸ਼ਾ। ਔਰ ਇਹ ਨਹੀਂ ਕਿ ਇਸ ਯੁੱਗ ਦੇ ਹਮੇਸ਼ਾ ਤੋਂ ਹੀ ਜੋ ਵੀ ਪ੍ਰਕਿਰਤੀ ਦੇ ਵਿੱਚ ਜੇਕਰ ਮੁਕਤੀ ਮਿਲਦੀ ਹੈ ਜਾਂ ਬੰਧਨ ਹੈ, ਉਹਦੀ ਸਾਰੀ ਸ਼ਕਤੀ ਤੇਰੇ ਹੱਥ ਹੈ, ਨਾ ਕਿ ਕਿਸੇ ਹੋਰ ਦੇ ਹੱਥ। ਹਾਂਜੀ ਨਿਜਲ ਸਾਹਿਬ। ਉਪਜਿਓ ਗਿਆਨ ਹੁਆ ਪ੍ਰਗਾਸ। ਲਓ ਧਿਆਨ ਸਿਮਰਨ ਕਰਦੇ ਕਰਦੇ ਆਪਣੇ ਅੰਦਰੋਂ ਆਪਣਾ ਗਿਆਨ ਪੈਦਾ ਹੋ ਗਿਆ। ਉਪਜਿਓ ਗਿਆਨ, ਦੇਖੋ ਭਾਈ ਗਿਆਨ ਕੀ ਆਈ ਆਂधी, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂधी। ਇਸ ਤਰ੍ਹਾਂ ਦਾ ਗਿਆਨ ਆਉਣਾ ਹੈ। ਔਰ ਆਂधी ਪਾਛੇ ਜੋ ਜਲ ਵਰਕੇ ਤੈਂ ਤੇਰਾ ਜਨ ਪੀਣਾ। ਇਸ ਆਂधी ਦੇ ਬਾਅਦ, ਗਿਆਨ ਦੇ ਬਾਅਦ ਫਿਰ ਅੰਮ੍ਰਿਤ ਆ ਜਾਣਾ ਹੈ। ਉਪਜਿਓ ਗਿਆਨ ਹੁਆ ਪ੍ਰਗਾਸ, ਅੰਦਰ ਪ੍ਰਗਾਸ ਹੋ ਗਿਆ। ਕਰ ਕਿਰਪਾ ਲੀਨੇ ਕੀਟ ਦਾਸ। ਦੇਖੋ ਕੀ ਕਹਿ ਰਹੇ ਆ ਜੀ ਰਵਿਦਾਸ ਜੀ, ਕਹਿੰਦੇ ਮੈਂ ਕੀਟ ਨੂੰ, ਮੈਨੂੰ ਦਾਸ ਬਣਾ ਲਿਆ ਆਪਣਾ, ਮੈਂ ਤਾਂ ਕੀਟ ਆ, ਮੈਂ ਕਿਰਮ ਹੈਗਾ। ਕਰ ਕਿਰਪਾ, ਮੇਰੇ ਉੱਤੇ ਕਿਰਪਾ ਕੀਤੀ ਮਾਲਕ ਨੇ, ਮੈਨੂੰ ਕਿਰਮ ਨੂੰ ਆਪਣਾ ਦਾਸ ਬਣਾ ਲਿਆ। ਮਾਲਕ ਪਰਮਾਤਮਾ ਦੇ ਅੱਗੇ ਆਪਾਂ ਹੈ ਕੀ ਹੈਗੇ ਆ। ਕਰ ਕਿਰਪਾ ਲੀਨੇ ਕੀਟ ਦਾਸ, ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁਕੀ, ਜਪੇ ਮੁਕੰਦ ਸੇਵਾ ਤਾਹੂ ਕੀ। ਕਹਿੰਦੇ ਹੁਣ ਮੇਰੀ ਤ੍ਰਿਸ਼ਨਾ ਖਤਮ ਹੋ ਗਈ, ਜੋ ਚੋਗਾ ਪਾਇਆ ਸੀ ਮਾਲਕ ਪਰਮਾਤਮਾ ਨੇ, ਹੁਣ ਨਹੀਂ ਮੇਰਾ ਮਨ ਜਿਹੜਾ ਹੈਗਾ ਉਸ ਚੋਗੇ ਦੀ ਖਿੱਚ ਕਰਦਾ ਪਾਏ। ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ। ਕਿਵੇਂ ਕੀ ਹੋਇਆ? ਜਪੇ ਮੁਕੰਦ, ਉਸ ਮਾਲਕ ਪਰਮਾਤਮਾ ਦੀ ਭਗਤੀ ਕਰਨ ਦੇ ਨਾਲ, ਸੇਵਾ ਤਾਹੂ ਕੀ, ਉਸੇ ਦੀ ਸੇਵਾ ਕਰਨ ਦੇ ਨਾਲ ਆ ਅਵਸਥਾ ਹੋ ਗਈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਆ ਤੁਕ ਦੇਖੋ ਜੀ, ਉਪਜਿਓ ਗਿਆਨ ਹੁਆ ਪ੍ਰਕਾਸ਼। ਹੁਣ ਜਦੋਂ ਤੁਹਾਡੇ ਅੰਦਰ ਪ੍ਰਾਣਾ ਦਾ ਪ੍ਰਕਾਸ਼ ਹੋ ਗਿਆ ਨਾ, ਤੁਹਾਡੇ ਜੀਵਨ ਚ ਗਿਆਨ ਆ ਜਾਣਾ, ਗਿਆਨ ਆ ਜਾਣਾ, ਤੇ ਪਲੱਸ ਗਿਆਨ ਨੂੰ ਸਮਝਣ ਦੀ ਸ਼ਕਤੀ ਵੀ ਆ ਜਾਣੀ। ਸਧਾਰਨ ਬੰਦੇ ਕੋਲ ਗਿਆਨ ਦੀ ਕੋਈ ਸ਼ਕਤੀ ਨਹੀਂ ਹੁੰਦੀ, ਉਹ ਇੱਕ ਸਧਾਰਨ ਬੁੱਧੀ ਤੇ ਜੀਵਨ ਚਲਾਉਂਦਾ ਹੈ। ਇੱਥੇ ਗਿਆਨ ਦੀ ਗੱਲ ਕਰਦੇ ਆ। ਗਿਆਨ ਇੱਕ ਸੂਰਜ ਦੇ ਵਾਂਗੂ ਪ੍ਰਕਾਸ਼ ਚੜ੍ਹਦਾ ਨਾ ਜਿੱਦਾਂ, ਉਸ ਕਿਸਮ ਦੀ ਸ਼ਕਤੀ ਹੈ। ਔਰ ਜਦੋਂ ਸਾਡੇ ਜੀਵਨ ਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਤੇ ਬੁਰੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਹੀ ਸ਼ਾਂਤ ਹੋ ਜਾਂਦੀਆਂ। ਹੁਣ ਗਿਆਨ ਜਿਹੜਾ ਉਹ ਦੇਖੋ, ਬਾਣੀ ਫਿਰ ਤੁਕ ਪੜੋ, ਉਪਜਿਓ ਗਿਆਨ ਹੋਆ ਪ੍ਰਕਾਸ਼। ਸਭ ਤੋਂ ਪਹਿਲਾਂ ਗਿਆਨ ਪ੍ਰਗਟ ਹੋਣਾ ਹੈ ਤੁਹਾਡੇ ਅੰਦਰ। ਔਰ ਤੁਹਾਡਾ ਗਿਆਨ ਕਿਤੇ ਬਾਹਰੋਂ ਪੜ੍ਹ ਕੇ ਗਿਆਨ ਨਾ ਸੋਚ ਲਿਓ ਕਿ ਮਿਲ ਗਿਆ ਮੈਨੂੰ, ਉਸ ਗਿਆਨ ਦਾ ਫਿਰ ਪ੍ਰਕਾਸ਼ ਹੋਣਾ ਵਾ ਤੁਹਾਡੇ ਜੀਵਨ ਚ। ਬਿਲਕੁਲ ਸਹੀ ਗੱਲ ਹੈ। ਤੁਸੀਂ ਉੱਠੋਗੇ, ਬਹੋਗੇ, ਖਲੋਵੋਗੇ, ਖਾਵੋਗੇ, ਪੀਵੋਗੇ, ਲੰਮੇ ਪਵੋਗੇ, ਉਹ ਸਾਰੀਆਂ ਗੱਲਾਂ ਚ ਤੁਹਾਡੇ ਜੀਵਨ ਦੇ ਵਿੱਚ ਪ੍ਰਕਾਸ਼ ਹੋ ਜਾਣਾ ਹੈ, ਚਮਕ ਆ ਜਾਣੀ ਹੈ। ਔਰ ਆਪ ਪਲੀਜ਼ ਇਸੇ ਤਰ੍ਹਾਂ ਹੀ ਅੱਗੇ ਚੱਲਦੇ ਜਾਓ। ਹਾਂਜੀ ਨਜੋ ਸਾਹਿਬ। ਕਰ ਕਿਰਪਾ ਲੀਨੇ ਕੀਟ ਦਾਸ। ਇਸ ਤਰ੍ਹਾਂ ਜਿਹੜਾ ਹੈਗਾ ਕੀਟ ਦੇ ਉੱਤੇ ਜਿਹੜਾ ਹੈਗਾ, ਜਿਹੜਾ ਨਿਮਰਤਾ ਦੇ ਵਿੱਚ, ਗਰੀਬੀ ਦੇ ਵਿੱਚ ਰਹਿੰਦਾ ਹੈ, ਉਹਨੂੰ ਮਾਲਕ ਪਰਮਾਤਮਾ ਜਿਹੜਾ ਆਪਣਾ ਨਿੱਜੀ ਦਾਸ ਬਣਾ ਲੈਂਦਾ ਹੈ। ਹਾਂਜੀ ਠੀਕ ਹੈ ਜੀ। ਕਹਿੰਦੇ ਆ ਕਿ ਕਰ ਕਿਰਪਾ ਲੀਨੇ ਕੀਟ ਦਾਸ, ਤੇ ਕਹਿੰਦੇ ਪਰਮਾਤਮਾ ਨੇ ਫਿਰ ਮਿਹਰ ਕੀਤੀ ਤੇ ਮੈਨੂੰ ਆਪਣਾ ਦਾਸ ਬਣਾ ਲਿਆ। ਕਹਿਣ ਤੋਂ ਭਾਵ ਹੈ ਕਿ ਮੈਨੂੰ ਆਪਣੀ ਸ਼ਰਨ ਚ ਲੈ ਲਿਆ। ਬਿਲਕੁਲ, ਇਹ ਨਹੀਂ ਕਹਿੰਦੇ ਕਿ ਮੈਂ ਭਗਤੀ ਕੀਤੀ ਤੇ ਮੈਂ ਦਾਸ ਬਣ ਗਿਆ। ਉਹ ਕਹਿੰਦੇ ਕਿ ਪਰਮਾਤਮਾ ਨੇ ਮਿਹਰ ਕੀਤੀ। ਪਰ ਇੱਕ ਗੱਲ ਹੈਗੀ, ਤੁਸੀਂ ਭਗਤੀ ਕਰੋਗੇ, ਮਿਹਰ ਉਹਨੇ ਕਰ ਹੀ ਦੇਣੀ, ਮਿਹਰ ਤਾਂ ਹੀ ਹੋਣੀ ਹੈ। ਪਰਮਾਤਮਾ ਇੱਕ ਪਰਮਾਤਮਾ ਪਤਾ ਕੀ ਆ, ਪਰਮਾਤਮਾ ਸਾਡੇ ਗੁਣ ਅਵਗੁਣ ਨਹੀਂ ਵੇਂਦਾ, ਕਿਉਂਕਿ ਗੁਣ ਜਿਹੜੇ ਅਵਗੁਣ ਆ ਉਹ ਪ੍ਰਕਿਰਤੀ ਵੇਂਦੀ ਹੈ। ਪ੍ਰਕਿਰਤੀ ਵੇਂਦੀ, ਜੇ ਗੁਣ ਆ ਤੇ ਉਹਦੇ ਨਾਲ ਸਾਨੂੰ ਕੁਝ ਅੱਗੇ ਚੰਗਾ ਮਿਲਦਾ ਹੈ, ਤੇ ਜੇ ਅਵਗੁਣ ਆ ਤੇ ਸਾਨੂੰ ਉਹਦੇ ਹਿਸਾਬ ਨਾਲ ਚੀਜ਼ ਮਿਲਦੀ ਹੈ। ਪਰ ਪਰਮਾਤਮਾ ਨਾ ਤੇ ਗੁਣ ਵੇਂਦਾ ਨਾ ਅਵਗੁਣ ਵੇਂਦਾ, ਉਹ ਇੱਕ ਬਹੁਤ ਵਿਸ਼ਾਲ ਸ਼ਕਤੀ ਹੈ। ਉਹਦੇ ਚਰਨਾਂ ਚ ਜਦੋਂ ਆਪਾਂ ਚੱਲ ਜਾਂਦੇ ਹਾਂ ਤੇ ਸਾਡੇ ਅਵਗੁਣ ਵੀ ਮਾਫ ਹੋ ਜਾਂਦੇ। ਹਾਂਜੀ ਮਿੱਤਰ ਸਾਹਿਬ। ਉਹ ਪ੍ਰੇਮ ਬਹਿੰਦਾ ਹੈ, ਬਸ ਇੱਕੋ ਪ੍ਰੇਮ ਦੇਖਦਾ ਹੈ ਵੀ ਖਿੱਚ ਕੇ ਤੇਰੇ ਅੰਦਰ ਮੈਨੂੰ ਮਿਲਣ ਦੀ ਕਿੰਨੀ ਕੁ ਜਿਹੜੀ ਹੈਗੀ, ਕਿੰਨੀ ਕੁ ਜਿਹੜੀ ਤੇਰੇ ਅੰਦਰ ਸੱਚਾਈ ਹੈਗੀ ਆ।
ਹਾਂਜੀ ਬਿਲਕੁਲ ਸਹੀ ਹੈ। ਤੁਸੀਂ ਜਦੋਂ ਬੰਦਗੀ ਕੀਤੀ ਤੇ ਆਟੋਮੈਟਿਕਲੀ ਹੀ ਉਸ ਪ੍ਰਕਿਰਤੀ ਦੇ ਹਿੱਸੇ ਨੇ ਤੁਹਾਨੂੰ ਆਪਣੇ ਵੱਲ ਖਿੱਚ ਕੇ ਤੁਹਾਨੂੰ ਕਾਲਖ ਤੋਂ ਮੁਕਤ ਕਰ ਦੇਣਾ ਹੈ, ਔਗੁਣਾਂ ਤੋਂ ਵੀ ਮੁਕਤ ਕਰ ਦੇਣਾ ਹੈ। ਜਿਹੜੀ ਹਉਮੈ ਦੇ ਨਾਲ ਗੁਣ ਵੀ ਕੀਤੇ ਉਹਨਾਂ ਤੋਂ ਵੀ ਮੁਕਤ ਕਰ ਦੇਣਾ। ਹਾਂਜੀ ਨਿਜਲ ਸਾਹਿਬ। ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ। ਇਸ ਤਰੀਕੇ ਦੇ ਨਾਲ ਕਹਿੰਦੇ ਆ ਹੁਣ ਮੇਰੀ ਜਿਹੜੀ ਹੈਗੀ ਤ੍ਰਿਸ਼ਨਾ ਜਿਹੜੀ ਹੈਗੀ ਆ, ਖਿੱਚ ਜਿਹੜੀ ਹੈਗੀ ਪਦਾਰਥਾਂ ਦੀ ਜਿਹੜੀ ਹੈਗੀ ਆ, ਕਹਿੰਦੇ ਉਹ ਚੁੱਕ ਗਈ। ਹੁਣ ਮੇਰਾ ਮਨ ਜਿਹੜਾ ਹੈਗਾ ਨਹੀਂ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਇਹ ਮਾਇਕ ਪਦਾਰਥਾਂ ਵੱਲ ਪ੍ਰੇਰਦਾ। ਕਿਵੇਂ? ਜਪੇ ਮੁਕੰਦ ਸੇਵਾ ਤਾਹੂ ਕੀ। ਕਹਿੰਦੇ ਉਸ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰਨ ਦੇ ਨਾਲ, ਆਹੀ ਸੇਵਾ ਕਰਨ ਦੇ ਨਾਲ ਆਹ ਚੀਜ਼ ਹਾਸਲ ਹੋ ਗਈ ਹੈ। ਹਾਂਜੀ ਵੀਰ ਜੀ। ਕਹਿੰਦੇ ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ। ਹੁਣ ਉੱਪਰ ਲਿਖਿਆ ਹੈ ਨਾ ਕਿ ਜਦੋਂ ਦਾਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ, ਆਪੇ ਜਦੋਂ ਉਹਨਾਂ ਸਵੀਕਾਰ ਕਰ ਲਿਆ ਤੇ ਉਹਦੇ ਨਾਲ ਕਿਵੇਂ ਪਤਾ ਲੱਗੂਗਾ ਕਿ ਮੈਂ ਸਵੀਕਾਰ ਹੋ ਚੁੱਕਿਆ। ਫਿਰ ਕਹਿੰਦੇ ਤੇਰੇ ਜਿਹੜੇ ਅੰਦਰ ਤ੍ਰਿਸ਼ਨਾ ਦੀ ਅੱਗ ਲਈ ਲੱਗੀ ਸੀ ਨਾ ਉਹ ਬੁੱਝ ਗਈ। ਉਹ ਤਾਂ ਨਹੀਂ ਤੂੰ ਸ਼ਾਂਤ ਹੋਣਾ, ਕਿਉਂਕਿ ਤੇਰੇ ਅੰਦਰ ਚਿੱਤ 'ਚ ਚੀਜ਼ਾਂ ਪੈਦਾ ਹੋ ਰਹੀਆਂ ਨੇ ਤੇ ਮਨ ਤੇਰਾ ਮਸਾਲੇ ਲਾ ਕੇ ਉਹਨੂੰ ਵੇਂਦਾ। ਬਿਲਕੁਲ। ਕੋਈ ਵੀ ਚੀਜ਼ ਹੈ ਛੋਟੀ ਮੋਟੀ ਤੁਹਾਨੂੰ ਮਿਲ ਜਾਏ ਨਾ ਅੰਦਰ ਵਿਚਾਰ ਰੂਪ 'ਚ, ਤੇ ਵੇਖੋ ਤੁਹਾਡੇ ਮਨ ਨੇ ਕਿੱਦਾਂ ਉਹਨੂੰ ਫਟਾਈ ਕਰਨਾ। ਬਿਲਕੁਲ ਸਹੀ ਗੱਲ ਹੈ। ਤੜਕੇ ਲਾਈ ਜਾਣੇ ਤੜਕੇ ਲਾ ਕੇ ਮੁੜ ਕੇ ਥਾਲੀ 'ਚ ਪਾ ਕੇ ਤੁਹਾਡੇ ਗੜੀ ਰੱਖ ਦੇਣੇ। ਛੋਟੀ ਜੀ ਗੱਲ ਹੋਏ, ਗੱਲ ਦਾ ਪਹਾੜ ਬਣਾ ਦਿੰਦਾ ਤੁਹਾਡਾ ਮਨ। ਪਰ ਉਹ ਕਹਿੰਦੇ ਆ ਕਿ ਹੁਣ ਕੀ ਹੋ ਗਿਆ? ਕਹਿੰਦੇ ਕਿ ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ। ਤ੍ਰਿਸ਼ਨਾ ਚੁੱਕੀ ਕਿਉਂਕਿ ਅੰਦਰ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਦੇ ਨਾਲ ਕੀ ਹੋ ਗਿਆ? ਗਿਆਨ ਹੋ ਗਿਆ, ਜੀਵਨ ਦੀ ਸੋਝੀ ਆ ਗਈ ਆ। ਪਤਾ ਲੱਗ ਗਿਆ ਜੀਵਨ ਨੂੰ ਬਤੀਤ ਕਿੱਦਾਂ ਕਰਨਾ, ਗਲਤ ਚੀਜ਼ ਕਿਹੜੀ ਆ, ਚੰਗੀ ਚੀਜ਼ ਕਿਹੜੀ ਆ। ਔਰ ਵੇਖੋ ਜਦੋਂ ਆਪਾਂ ਗਲਤ ਤੇ ਚੰਗੀ ਚੀਜ਼ ਦਾ ਪਤਾ ਲੱਗ ਜਾਂਦਾ ਸਾਨੂੰ ਤੇ ਅਸੀਂ ਬੁਰੀ ਚੀਜ਼ ਦਾ ਤਿਆਗ ਕਰ ਦਿੰਦੇ। ਤੇ ਫਿਰ ਕਹਿੰਦੇ ਆ ਕਿ ਜਪ ਮੁਕੰਦ ਸੇਵਾ ਤਾਹੂ ਕੀ। ਤੇ ਕਹਿੰਦੇ ਆ ਕਿ ਮੈਂ ਉਸੇ ਹੀ ਪ੍ਰਮਾਤਮਾ ਨੂੰ ਸਿਮਰਦਾ ਹਾਂ, ਉਹਦੀ ਸੇਵਾ ਦੇ ਨਾਲ, ਪ੍ਰਮਾਤਮਾ ਨੂੰ ਉਹਦੀ ਸੇਵਾ ਦੇ ਨਾਲ ਉਹਦੀ ਭਗਤੀ ਕਰਦਾ ਪਿਆ। ਉਹਦੇ ਨਾਲ ਹੀ ਆਹ ਚੀਜ਼ ਪ੍ਰਾਪਤ ਹੋਈ ਹੈ। ਤੇ ਵੇਖ ਲਓ ਉਹਦੀ ਨਾਲ ਹੀ ਉਹ ਚੀਜ਼ ਮਿਲਣੀ। ਉੱਪਰ ਲਿਖਿਆ ਤਾਂ ਹੈਗਾ ਕਿ ਉਪਜਿਓ ਗਿਆਨ ਹੁਆ ਪ੍ਰਕਾਸ਼। ਪ੍ਰਕਾਸ਼ ਹੋ ਗਿਆ। ਤੇ ਜਿਹੜਾ ਬੰਦਾ ਹੈ ਆਪਣੇ ਜੀਵਨ 'ਚ ਪ੍ਰਕਾਸ਼ ਕਰ ਲੈਂਦਾ, ਗਿਆਨ ਪੈਦਾ ਕਰ ਲੈਂਦਾ ਜੀ, ਉਹ ਬੰਦਾ ਮੁਕਤ ਹੈ। ਇਸ ਤੋਂ ਵੱਧ ਕੁਛ ਵੀ ਨਹੀਂ ਹੈਗਾ। ਜੇ ਆਪਾਂ ਸੋਚੀਏ ਨਾ, ਗਿਆਨ ਮਾਰਗ ਤੇ ਕਰਮ ਮਾਰਗ, ਇਹ ਦੋ ਮਾਰਗ ਨੇ, ਇੱਕ ਭਗਤੀ ਮਾਰਗ ਹੈ। ਇਹ ਤਿੰਨਾਂ ਦੇ ਵਿੱਚ ਆਪਾਂ ਵੇਖਣਾ ਹੁੰਦਾ। ਸ਼ੁਰੂਆਤ ਤੁਹਾਨੂੰ ਭਗਤੀ ਮਾਰਗ ਤੋਂ ਕਰਨੀ ਚਾਹੀਦੀ। ਅੱਜ ਦੀ ਬਾਣੀ ਜਿਹੜੀ ਆ ਸਾਰੀ ਭਗਤੀ ਤੇ ਚੱਲੀ। ਉਹ ਕਹਿੰਦੇ ਪ੍ਰਮਾਤਮਾ ਦੀ ਭਗਤੀ ਕਰ ਤੇ ਤੇਰੇ ਅੰਦਰ ਗਿਆਨ ਪੈਦਾ ਹੋ ਜਾਊਗਾ ਬਸ। ਕਿਉਂਕਿ ਬੱਤੀ ਤੇਰੇ ਘਰ ਆ ਰਹੀ ਹੈ, ਬੱਤੀ ਨਹੀਂ ਰੁਕੀ, ਨਾ ਬੱਤੀ ਰੁਕ ਸਕਦੀ, ਕਿਉਂਕਿ ਪ੍ਰਮਾਤਮਾ ਹੈਗਾ। ਉਹ ਏਦਾਂ ਪਿਕਅਪ ਐਂਡ ਚੂਜ਼ ਨਹੀਂ ਕਰਦਾ, ਆਹ ਚੀਜ਼ ਚੱਕ ਲਾਂ ਆਹ ਛੱਡਦਾ, ਏਦਾਂ ਨਹੀਂ ਸੋਚਦਾ ਪ੍ਰਮਾਤਮਾ। ਪ੍ਰਮਾਤਮਾ ਇੱਕ ਸਰਵ ਵਿਆਪਕ ਸ਼ਕਤੀ ਆ। ਪਰ ਜਦੋਂ ਤੇਰੀ ਮਸ਼ੀਨ ਚੱਲ ਜਾਏਗੀ ਅੰਦਰੋਂ ਤੇ ਤੇਰੇ ਜੀਵਨ 'ਚ ਗਿਆਨ ਆ ਜਾਏਗਾ ਤੇ ਪ੍ਰਕਾਸ਼ ਹੋ ਜਾਏਗਾ। ਠੀਕ ਹੈ ਨਾ? ਜੇ ਭਾਵੇਂ ਮਸ਼ੀਨ ਤੇਰੀ ਸਹੀ ਹੈ, ਜੇ ਤੇਰਾ ਕਨੈਕਸ਼ਨ ਹੀ ਨਹੀਂ ਹੈਗਾ ਤੇ ਕਿੱਦਾਂ ਉਹ ਪ੍ਰਕਾਸ਼ਮਾਨ ਹੋਊਗੀ? ਇਸ ਕਰਕੇ ਭਗਤੀ ਨੇ ਤੇਰੇ ਕਨੈਕਸ਼ਨ ਨੂੰ ਜੋੜਨਾ ਹੈ। ਜਦੋਂ ਤੇਰਾ ਪ੍ਰਕਾਸ਼ ਸਮਝ ਲਾ ਕਿ ਆਪਣੇ ਅੰਤਰਕਰਨ 'ਚ ਸਥਿਰ ਹੋ ਗਿਆ, ਮਨ ਜਿਹੜਾ ਵਾ ਉਹ ਚਿੰਤਾਵਾਂ ਤੋਂ ਮੁਕਤ ਹੋਣ ਲੱਗ ਪਿਆ, ਸਮਝ ਲਓ ਕਿ ਤੇਰੇ ਜੀਵਨ 'ਚ ਪ੍ਰਕਾਸ਼ ਆ ਗਿਆ। ਇਹੋ ਨਿਸ਼ਾਨੀ ਹੈ। ਮਨ ਸਹਿਜ 'ਚ ਆ ਜਾਣਾ, ਮਨ ਚੜਿਆ 10ਵੇਂ ਆਕਾਸ਼, ਮਨ ਤੁਹਾਡਾ ਆਤਮਾ 'ਚ ਹੀ ਚੜ ਜਾਣਾ, ਫਿਰ ਵਾਪਸ ਨਹੀਂ ਆਉਂਦਾ। ਤੇ ਇਹ ਜੀਵਨ ਦੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ। ਤੇ ਉਹ ਮਨੁੱਖੀ ਉਜਲੇ ਨੇ ਜਿਹੜੇ ਇਸ ਲੈਵਲ ਤੇ ਪਹੁੰਚ ਜਾਂਦੇ ਨੇ, ਜਿਹੜੇ ਭਗਤੀ ਕਰਕੇ ਅੰਦਰ ਆਪਣੇ ਗਿਆਨ ਦਾ ਪ੍ਰਕਾਸ਼ ਕਰਦੇ। ਠੀਕ ਹੈ ਨਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਿੰਦੇ। ਠੀਕ ਹੈ ਜੀ। ਵੈਸੇ ਨਾ ਉਹ ਜਿਹੜਾ ਮੈਂ ਐਕਚੁਅਲੀ ਸ਼ਬਦ ਜਿਹੜਾ ਮਿਸ ਕਰ ਗਿਆ ਸੀਗਾ ਉਹ ਤਾਂ ਹਾਲੇ ਵੀ ਮਿਸ ਹੀ ਹੋ ਗਿਆ ਹੈ। ਹੁਣ ਮੈਂ ਅੱਗੇ ਫਿਰ ਅਗਲਾ ਲੈ ਲਿਆ। ਚਲੋ ਕੱਲ ਨੂੰ ਲਵਾਂਗੇ ਆਪਾਂ। ਉਹ ਨਾਮਦੇਵ ਜੀ ਦਾ ਇੱਕ ਸ਼ਬਦ ਸੀਗਾ, ਹਰ ਹਰ ਕਰਤ ਮਿਟੇ ਸਭੇ ਭਰਮਾਂ, ਇਹ ਆਪਾਂ ਮਿਸ ਕਰ ਗਏ ਸੀਗੇ। ਇਹਨੂੰ ਕੱਲ ਲੈ ਲਾਂਗੇ ਆਪਾਂ। ਹਾਂਜੀ ਵੀਰ ਜੀ। ਕਿੱਡਾ ਹੈਗਾ ਉਹ? 4 ਹੀ ਬੰਦ ਦਾ ਹੈਗਾ ਵੀਰ ਜੀ। ਉਹ ਕੱਲ ਲਵਾਂਗੇ ਫਿਰ, ਕਿਉਂਕਿ ਇੰਨਾ ਕੀ ਮਾਰ ਕੇ ਖਿੱਚਿਆ। ਹਾਂਜੀ ਬਿਲਕੁਲ, ਕਾਫੀ ਉਹਦੇ ਬੰਦ ਵੀ 4 ਹੈਗੇ ਤੇ ਬਾਅਦ 'ਚ ਲੈ ਲਾਂਗੇ। ਕੋਈ ਗੱਲ ਨਹੀਂ। ਅੱਜ ਦੀ ਵਿਚਾਰ ਇੱਥੇ ਸਾਧ ਸੰਗਤ ਜੀ ਆਪਾਂ ਸਮਾਪਤ ਕਰਦੇ ਹਾਂ। ਤੇ ਮੈਂ ਸਮਰਾਈਜ਼ ਕਰ ਦਿੰਦਾ ਵਾ ਸਾਰੀ ਕਥਾ ਨੂੰ। ਕਥਾ ਕੀ ਕਹਿੰਦੀ ਆ ਕਿ ਜਦੋਂ ਤੇਰੇ ਜੀਵਨ 'ਚ ਪ੍ਰਮਾਤਮਾ ਦਾ ਨਾਮ ਉਪਜ ਗਿਆ ਤੇ ਤੇਰੇ ਜੀਵਨ 'ਚ ਕੀ ਹੋਣਾ? ਪ੍ਰਕਾਸ਼ ਹੋਣਾ। ਤੇ ਜਦੋਂ ਪ੍ਰਕਾਸ਼ ਹੋ ਗਿਆ ਤੇ ਤੇਰੇ ਜੀਵਨ 'ਚ ਜਿਹੜਾ ਪ੍ਰਕਾਸ਼ ਦਾ ਮਤਲਬ ਗਿਆਨ ਦਾ ਪ੍ਰਕਾਸ਼ ਹੋਣਾ। ਤੇ ਜਦੋਂ ਤੇਰੇ ਜੀਵਨ 'ਚ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਤੇਰੀ ਤ੍ਰਿਸ਼ਨਾ ਖਤਮ ਹੋ ਜਾਣੀ। ਕਹਿਣ ਤੋਂ ਭਾਵ ਤ੍ਰਿਪਤ ਹੋ ਜਾਏਗਾ। ਦੇਖੋ
ਜਿੰਨਾ ਚਿਰ ਤੱਕ ਆਪਾਂ ਸਮੁੰਦਰ 'ਚ ਪ੍ਰਵੇਸ਼ ਨਹੀਂ ਕਰਦੇ ਉਹਨਾਂ ਚਿਰ ਅਸੀਂ ਤ੍ਰਿਪਤ ਨਹੀਂ ਹੋ ਸਕਦੇ। ਪਰਮਾਤਮਾ ਦੇ ਵਿੱਚ ਪਹੁੰਚਣ ਤੋਂ ਬਾਅਦ ਹੀ ਅਸੀਂ ਤ੍ਰਿਪਤ ਹੋ ਸਕਦੇ ਹਾਂ। ਪਦਾਰਥਾਂ ਨੂੰ ਪ੍ਰਾਪਤ ਕਰਨ ਦੇ ਨਾਲ ਸਾਡੇ ਅੰਦਰ ਸੰਤੁਸ਼ਟੀ ਪੈਦਾ ਨਹੀਂ ਹੋ ਸਕਦੀ। ਇਹ ਇੱਕ ਬਹੁਤ ਵੱਡੀ ਗੱਲ ਹੈ। ਆਪ ਦੇਖੋ ਬਾਣੀ 'ਚ ਕਿਹਾ ਸਰਬ ਜਗਤ ਕਾ ਰਾਜਾ ਦੁਖੀਆ, ਭਾਵੇਂ ਸਾਰੇ ਸੰਸਾਰ ਦੇ ਅਸੀਂ ਰਾਜੇ ਬਣ ਜਾਈਏ ਫਿਰ ਵੀ ਦੁਖੀ ਰਹਿਣਾ। ਹਰ ਕਾ ਨਾਮ ਜਪਤ ਹੋ ਸੁਖੀਆ। ਪਰਮਾਤਮਾ ਦਾ ਨਾਮ ਜਦੋਂ ਅਸੀਂ ਜਪਾਂਗੇ ਅਸੀਂ ਸੁਖੀ ਹੋ ਜਾਵਾਂਗੇ। ਸਾਡੇ ਕੋਲ ਭਾਵੇਂ ਕੁਛ ਵੀ ਨਹੀਂ ਹੈ। ਇਹਨਾਂ ਫਕੀਰਾਂ ਕੋ ਵੇਖੋ, ਇਹਨਾਂ ਸੰਤਾਂ ਕੋ ਵੇਖੋ, ਬਹੁਤ ਜ਼ਿਆਦਾ ਸਮਾਨ ਨਹੀਂ ਸੀ, ਬਹੁਤ ਥੋੜੇ ਪੈਸੇ ਸਨ, ਇੱਕ ਸਧਾਰਨ ਜੀਵਨ ਇਹਨਾਂ ਨੇ ਬਤੀਤ ਕੀਤਾ, ਪਰ ਬਹੁਤ ਸੰਤੁਸ਼ਟ, ਕਿਉਂਕਿ ਅੰਦਰੋਂ ਸ਼ਾਂਤ ਹੋ ਕੇ ਬੈਠੇ, ਜੀਵਨ 'ਚ ਪ੍ਰਕਾਸ਼ ਹੈ। ਹਾਂਜੀ ਨਿੱਜਾ ਸਾਹਿਬ, ਅੱਜ ਦੀ ਵਿਚਾਰੇ ਤੇ ਸਮਾਪਤ ਕਰਦੇ ਹਾਂ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰਨਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਮੇਰੇ ਮਾਲਿਕ, ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਮਾਲਿਕ, ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ